ਮਾਵਾਂ ਦੇ ਪੁੱਤ ਨੇ ਸ਼ੌਂਕੀ ਬਾਪੂ ਦੇ ਕੰਮ ਹੀਰੇ, ਮਾਵਾਂ ਦੇ ਪੁੱਤ ਨੇ ਸ਼ੌਂਕੀ ਬਾਪੂ ਦੇ ਕੰਮ ਹੀਰੇ, ਟਰੱਕਾਂ ਵਾਲੇ ਬਾਈ ਵਾਲੇ ਵੀਰੇ, ਟਰੱਕਾਂ ਵਾਲੇ ਬਾਈ ਟਰੱਕਾਂ ਵਾਲੇ ਵੀਰੇ। Presented by Ocean Trailers, Western Canada Trailer Specialists. ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਤੇ ਉਮੀਦ ਹੈ ਕਿ ਅੱਜ ਦਾ ਸ਼ੋਅ ਤੁਹਾਨੂੰ ਬਹੁਤ ਪਸੰਦ ਆਵੇ, ਕਿਉਂਕਿ ਅੱਜ ਦੇ ਸ਼ੋਅ ਵਿੱਚ ਇੱਕ ਬਹੁਤ ਮੰਨੇ ਪਰ ਮੰਨੇ ਟਰੱਕ ਡਰਾਈਵਰ ਨਾਲ ਅਸੀਂ ਗੱਲ ਕਰਾਂਗੇ, ਜੋ ਕਿ ਤੁਹਾਨੂੰ ਜਾਣਕਾਰੀ ਦੇਣਗੇ ਅੱਜ ਕੱਲ੍ਹ ਟਰੱਕਿੰਗ ਵਿੱਚ ਕੀ ਹੋ ਰਿਹਾ, ਪਰ ਨਾਲ ਦੀ ਨਾਲ ਇਕੁਇਪਮੈਂਟ ਬਾਰੇ ਵੀ ਥੋੜੀ ਬਹੁਤੀ ਗੱਲ ਕਰਨਗੇ ਆਪਣੇ ਤਜਰਬੇ ਦੇ ਨਾਲ। ਉਸ ਦੇ ਨਾਲ ਗਰਮੀਆਂ ਦਾ ਮੌਸਮ ਫਾਈਨਲੀ ਗਰਮੀ ਦਾ ਮੌਸਮ ਆਪਣੇ ਵੈਨਕੂਵਰ ਵਿੱਚ ਆ ਗਿਆ। ਬਾਕੀ ਜਗ੍ਹਾ ਵਿੱਚ ਹੁਣ ਕਾਫੀ ਗਰਮੀ ਪਈ ਹੈ, ਪਰ ਵੈਨਕੂਵਰ ਵਿੱਚ ਮਸਾਂ ਬਹੁਤ ਮਹੀਨਿਆਂ ਤੋਂ ਬਾਅਦ ਥੋੜੀ ਬਹੁਤੀ ਗਰਮੀ ਪੈਣ ਲੱਗੀ ਹੈ। ਇਹਦੇ ਨਾਲ ਚੰਗਿਆਈ ਵੀ ਹੈਗੀ ਹੈ, ਬੁਰਿਆਈ ਵੀ ਹੈਗੀ ਹੈ, ਉਹਦੀ ਗੱਲ ਕਰਾਂਗੇ। ਨਾਲ ਦੀ ਨਾਲ ਇਹ ਵੀ ਕਹੀਏ ਕਿ ਜਿਹੜੇ ਹੁਣ ਸਮਰ ਹੌਲੀਡੇਜ਼ ਨੇ ਉੱਥੇ ਹੁਣ ਸ਼ੁਰੂ ਹੋ ਚੁੱਕੇ ਨੇ ਆਪਣੇ ਸਾਰੇ ਅਕ੍ਰੋਸ ਕੈਨੇਡਾ ਵਿੱਚ। ਇਹਦੇ ਨਾਲ ਸਾਨੂੰ ਇਹ ਦੱਸਣਾ ਪੈਣਾ ਹੈਗਾ ਕਿ ਜਦੋਂ ਤੁਸੀਂ ਕਿਸੇ ਵੀ ਪਲੇਗਰਾਊਂਡ ਜਾਂ ਸਕੂਲ ਜ਼ੋਨ ਦੇ ਕੋਲ ਲੰਘੋਗੇ, ਬੇਸ਼ੱਕ ਤੁਸੀਂ ਕਾਰ ਡਰਾਈਵ ਕਰਦੇ ਹੋ, ਮੋਟਰਸਾਈਕਲ ਚਲਾਉਂਦੇ ਹੋ ਜਾਂ ਟਰੱਕ ਚਲਾਉਂਦੇ ਹੋ, ਕੋਈ ਵੀ ਕਮਰਸ਼ੀਅਲ ਵਹੀਕਲ, ਪਲੀਜ਼ ਬਹੁਤ ਖਿਆਲ ਰੱਖੋ, ਕਿਉਂਕਿ ਇਸ ਸਮੇਂ ਵਿੱਚ ਬਹੁਤ ਬੱਚੇ ਬਾਹਰ ਖੇਡਦੇ ਨੇ। ਤੁਹਾਨੂੰ ਇਹ ਨਹੀਂ ਪਤਾ ਬੱਚਾ ਕਦੋਂ ਬਾਹਰ ਆਪਣੇ ਗੱਡੀਆਂ ਤੋਂ ਵਿਚਾਲੇ ਨਿਕਲ ਸਕਦਾ, ਬਹੁਤ ਬੜਾ ਐਕਸੀਡੈਂਟ ਵੀ ਹੋ ਸਕਦਾ। ਸੋ ਇਹਦੇ ਬਾਰੇ ਥੋੜੀ ਬਹੁਤੀ ਗੱਲਬਾਤ ਕਰਾਂਗੇ। 2-3 ਨਿਊਜ਼ ਦੀ ਆਈਟਮ ਬਹੁਤ ਜ਼ਰੂਰੀ ਹੈ, ਉਹ ਤੁਹਾਨੂੰ ਦੱਸਾਂਗੇ ਕਿ ਵੈਨਕੂਵਰ ਵਿੱਚ ਕੀ ਹੋਇਆ, ਟੋਰਾਂਟੋ ਵਿੱਚ ਕੀ ਹੋ ਰਿਹਾ ਹੈਗਾ। ਉਸ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਸਵਾਗਤ ਕਰੀਏ ਆਪਣੇ ਕੋ-ਹੋਸਟ, ਸਾਡੇ ਇੱਥੇ ਜਿਹੜੇ ਪ੍ਰੋਡਿਊਸਰ ਸਾਹਿਬ ਨੇ, ਟੋਨੀ ਸਿੰਘ ਜੀ। ਟੋਨੀ ਸਿੰਘ ਸਤਿ ਸ਼੍ਰੀ ਅਕਾਲ, ਜੀ ਆਏ ਨੂੰ। ਟੋਨੀ ਸਿੰਘ ਜੀ, ਅੱਜ ਅਗੇਨ ਮੈਚਿੰਗ ਤਾਂ ਥੋੜੀ ਹਮੇਸ਼ਾ ਹੁੰਦੀ ਹੈਗੀ, ਪਰ ਤੁਸੀਂ ਬੜੇ ਕੈਜੂਅਲ ਬਣੇ ਹੋ ਯਾਰ ਅੱਜ। ਡਾਕਟਰ ਸਾਹਿਬ ਥੈਂਕ ਯੂ ਤੁਹਾਡਾ। ਤੁਸੀਂ ਆਪਣੇ ਅੱਜ ਦੇ ਨਿਊ ਵੈਲਕਮ ਨੋਟ 'ਚ ਆਲਰੇਡੀ ਕਹਿ ਚੁੱਕੇ ਆ ਵੀ ਗਰਮੀਆਂ ਦਾ ਮੌਸਮ ਆ ਗਿਆ। ਮੈਂ ਤਾਂ ਹੈਰਾਨ ਆ ਵੀ ਤੁਸੀਂ ਗਰਮੀਆਂ ਦੇ ਮੌਸਮ 'ਚ ਕੋਟ ਪਾਈ ਫਿਰਦੇ ਹੈਗੇ ਆ, ਜਾਂ ਇਹ ਠੰਡਾ ਹੋਣਾ ਵੀ। ਨਹੀਂ ਟੋਨੀ ਸਿੰਘ, ਗੱਲ ਇਹ ਆ ਨਾ, ਤੁਸੀਂ ਹੈਗੇ ਹੌਟ ਬੰਦੇ, ਅਸੀਂ ਹੈ ਕੂਲ ਬੰਦੇ। ਸੋ ਸਾਨੂੰ ਹਮੇਸ਼ਾ ਅਸੀਂ ਕਿਹਾ ਚਲੋ ਥੋੜੀ ਬਹੁਤੀ ਕੂਲ ਰਹਿ ਕੇ ਅਸੀਂ ਗਰਮੀ ਰੱਖੀਏ। ਚਲੋ ਆਪਾਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਵੀ ਅੱਜ ਤੁਸੀਂ ਨੋਟ ਕਰ ਲਿਓ ਵੀ ਡਾਕਟਰ ਸਾਹਿਬ ਜਿਹੜੇ ਹੈਗੇ ਆ ਕੂਲ ਹੈਗੇ, ਤੇ ਮੈਨੂੰ ਇਹਨਾਂ ਨੇ ਹੌਟ ਦਾ ਨਜ਼ਰੀਆ ਅੱਜ ਤਗਮਾ ਦੇ ਦਿੱਤਾ। ਆਪਾਂ ਆਉਣ ਵਾਲੇ ਟਾਈਮ 'ਚ ਪ੍ਰੂਵ ਕਰਾਂਗੇ ਵੀ ਹੌਟ ਕੌਣ ਹੈ ਤੇ ਕੋਲਡ ਕੌਣ ਹੈ। ਪਰ ਡਾਕਟਰ ਸਾਹਿਬ ਜਿਹੜੀ ਤੁਸੀਂ ਗੱਲਾਂ ਕੀਤੀਆਂ ਵਧੀਆ ਕੀਤੀਆਂ। ਗਰਮੀਆਂ ਦਾ ਮੌਸਮ ਹੈ, ਆਪਾਂ ਸਾਰਿਆਂ ਨੂੰ ਇਹ ਚੀਜ਼ ਦੇਖਣੀ ਚਾਹੀਦੀ ਹੁਣ ਵੀ ਪ੍ਰੋਬਲਮ ਕਿੱਥੇ ਆ ਰਹੀ ਹੈ, ਕਿਉਂਕਿ ਐਕਸੀਡੈਂਟਸ ਬਹੁਤ ਹੁੰਦੇ। ਬਹੁਤ ਸਾਰੇ ਲੋਕ ਰੋਡ ਦੇ ਉੱਤੇ ਬਾਹਰ ਨਿਕਲ ਰਹੇ, ਪਰਿਵਾਰਾਂ ਨੂੰ ਲੈ ਕੇ ਸਮਰ ਵਕੇਸ਼ਨਸ ਦੇ ਉੱਤੇ ਜਾ ਰਹੇ ਆ, ਮੁਸ਼ਕਲਾਂ ਬਹੁਤ ਆ ਰਹੀਆਂ। ਡਾਕਟਰ ਸਾਹਿਬ ਕੱਲ ਕੁਝ ਹੋਇਆ ਸੀ ਇੱਥੇ ਵੈਨਕੂਵਰ 'ਚ, ਬਹੁਤ ਮੇਜਰ ਗੱਲ ਹੋਈ ਹੈ, ਉਹ ਕੀ ਉਹਦੇ ਬਾਰੇ ਦੱਸੋ ਕੁਝ ਥੋੜਾ ਜਿਹਾ। ਕੱਲ ਮੇਰੇ ਖਿਆਲ 2-3 ਐਕਸੀਡੈਂਟ ਹੋਇਆ। ਸਭ ਤੋਂ ਪਹਿਲਾਂ ਜਿਹੜਾ ਟਰੱਕਿੰਗ ਇੰਡਸਟਰੀ ਵਾਸਤੇ 192 ਐਵਨਿਊ ਤੇ ਇੱਕ 192 ਸਟਰੀਟ ਤੇ ਯੈਸ, ਆਪਣੇ ਲੈਂਗਲੀ ਸਰੀ ਦੇ ਬਾਰਡਰ ਤੇ ਸੀ। ਉੱਥੇ ਇੱਕ ਟਰੱਕ ਸੀ, ਉਹਨੇ ਜਿਹੜੀ ਓਵਰਪਾਸ ਸੀ ਉੱਥੇ ਇੱਕ ਬੜਾ ਬੜੇ ਜ਼ੋਰ ਨਾਲ ਮਾਰਿਆ, ਉਹਦਾ ਉੱਤਲਾ ਜਿਹੜਾ ਸੈਕਸ਼ਨ ਸੀ, ਤੇ ਉਹ ਸਾਰੀ ਜਿਹੜੀ ਆਪਣੀ ਸੈਕਸ਼ਨ ਹੀ ਬੰਦ ਹੋ ਗਈ, ਪਤਾ ਨਹੀਂ ਕਿੰਨੇ ਘੰਟਿਆਂ ਵਾਸਤੇ ਬੰਦ ਸੀ। ਆਲਮੋਸਟ ਕੱਲ ਸਾਰਾ ਦਿਨ ਹੀ ਉਹ ਹਾਈਵੇ ਡਿਸਟਰਬ ਰਿਹਾ, ਇੱਕ ਲੇਨ ਚੱਲਦੀ ਰਹੀ। ਪਰ ਤੁਹਾਨੂੰ ਪਤਾ ਉਹ ਐਗਜ਼ੈਕਟਲੀ ਦੱਸੋ ਉਹਦੇ ਵਿੱਚ ਹੋਇਆ ਕੀ ਸੀਗਾ, ਕੀ ਕਰ ਕੀ ਰਹੇ ਸੀ ਉਹ? ਟੋਨੀ ਸਿੰਘ, ਮੈਂ ਸਿਰਫ ਜਿਹੜੀ ਆਪਣੀ ਨਿਊਜ਼ ਸੀ ਉਸ ਤੋਂ ਬਾਅਦ ਪੜ੍ਹੀ ਸੀਗੀ, ਪਰ ਇਹ ਜਦੋਂ ਫੋਟੋ ਦੇਖੀ ਮੈਂ ਕਿਹਾ ਹੈਰਾਨ ਹੈ ਕਿ ਜੇ ਇੱਥੇ ਹੋਰ ਨੁਕਸਾਨ ਨਹੀਂ ਹੋਇਆ। ਪਰ ਆਪਾਂ ਨੇ ਗੱਲ ਇਹੀ ਕਰਨੀ, ਜਦੋਂ ਵੀ ਕਿਸੇ ਨੇ ਟਰੱਕ ਭਾਈ ਨੇ, ਭੈਣ ਨੇ ਗੱਡੀ ਚਲਾਉਣੀ ਹੈ, ਪਲੀਜ਼ ਆਪਣਾ ਖਿਆਲ ਨਾ ਰੱਖੋ, ਬਿਕਾਜ਼ ਤੁਹਾਨੂੰ ਪਤਾ ਹੁਣ ਥੋੜਾ ਆਪਣਾ ਟਰੱਕ ਆ, ਉਹਦਾ ਕਿਸ ਤਰ੍ਹਾਂ ਦਾ ਸਿਸਟਮ ਹੈਗਾ ਆਪਣਾ, ਠੀਕ ਹੈ, ਕਿਸ ਤਰ੍ਹਾਂ ਤੁਹਾਡੀ ਲਿਮਿਟੇਸ਼ਨਸ ਹੈਗੀਆਂ, ਤੇ ਨਾਲ ਦੀ ਨਾਲ ਤੁਹਾਡੇ ਆਲੇ ਦੁਆਲੇ ਕੀ ਹੋ ਰਿਹਾ ਹੈਗਾ। ਡਾਕਟਰ ਸਾਹਿਬ ਦੋ ਚੀਜ਼ਾਂ ਕੱਲ ਦੇ ਐਕਸੀਡੈਂਟ ਤੋਂ ਰਾਈਜ਼ ਹੋਈਆਂ। ਇੱਕ ਤਾਂ ਮੇਜਰ ਚੀਜ਼ ਇਹ ਹੈ ਕਿ ਵੀ ਇੱਕ ਬੜੇ ਤਰੀਕੇ ਦੇ ਨਾਲ ਐਕਸਕੂਏਟਰ ਨੂੰ ਲੱਦ ਕੇ ਉਹ ਲੈ ਕੇ ਜਾ ਰਹੇ ਸੀਗੇ। ਮੋਸਟਲੀ ਹਰੇਕ ਬ੍ਰਿਜ ਦੇ ਉੱਤੇ ਹਾਈਟ ਲਿਮਿਟ ਲਿਖੀ ਹੁੰਦੀ ਹੈ, ਹਾਈਟ ਲਿਮਿਟ ਦਾ ਧਿਆਨ ਨਹੀਂ ਕੀਤਾ ਗਿਆ। ਇਹ ਇੱਕ ਡਰਾਈਵਰ ਦੀ ਜਾਂ ਉਸ ਓਨਰ ਆਪਰੇਟਰ ਦੀ, ਜਿਹੜਾ ਵੀ ਲੈ ਕੇ ਜਾ ਰਿਹਾ, ਜਿਹੜੀ ਕੰਪਨੀ ਵੀ ਉਸ ਐਕਸਕੂਏਟਰ ਨੂੰ ਹੌਲ ਕਰਦੀ ਸੀ, ਉਹਦੀ ਗਲਤੀ ਮੰਨੀ ਜਾ ਸਕਦੀ ਹੈ ਔਰ ਹੈਗੀ ਹੈ। ਕਿਉਂਕਿ ਚੰਗੀ ਗੱਲ ਇਹ ਹੋਈ ਵੀ ਉਹ ਇੰਨਾ ਜਾਨਲੇਵਾ ਸਾਬਤ ਨਹੀਂ ਹੋਇਆ ਉਸ ਵੇਲੇ। ਆਸੇ-ਪਾਸੇ ਇੱਕ ਸੈਕਿੰਡ ਕਰਕੇ ਹੀ ਜੇ ਕੋਈ ਟਰੱਕ ਦੇ ਉੱਤੇ ਆ ਡਿੱਗਦਾ, ਐਸਯੂਵੀ ਉਹ 'ਚ ਪ੍ਰਭਾਵਿਤ ਹੋਏ। ਔਰ ਉਹ ਪਰਟੀਕੂਲਰ ਜਿਹੜਾ ਬ੍ਰਿਜ ਹੈ ਡਾਕਟਰ ਸਾਹਿਬ 192 ਸਟਰੀਟ ਤੇ, ਉਹ ਓਵਰਨਾਈਟ ਨਹੀਂ ਬਣਿਆ। ਸਾਨੂੰ ਖੁਦ ਉਸ ਬ੍ਰਿਜ ਤੋਂ ਲੰਘਦੇ ਨੂੰ 15 ਸਾਲ ਹੋ ਗਏ, ਰੂਟੀਨ 'ਚ ਆਪਾਂ ਉੱਥੋਂ ਜਾਂਦੇ, ਔਰ ਉਸ ਬ੍ਰਿਜ ਬਾਰੇ ਲੋਕਲ ਬੰਦਿਆਂ ਨੂੰ ਪਤਾ ਹੋਣਾ ਚਾਹੀਦਾ ਸੀਗਾ। ਇੱਕ ਜਿਹੜਾ ਮੇਜਰ ਕੁਐਸਚਨ ਅਰਾਈਜ਼ ਹੋਇਆ ਡਾਕਟਰ ਸਾਹਿਬ, ਇਹਦਾ ਮਤਲਬ BC ਦਾ ਹਾਈਵੇ ਨੰਬਰ 1 ਕੈਨੇਡਾ ਦਾ ਟੌਪ ਦਾ ਔਰ ਬੈਸਟ ਹਾਈਵੇ ਹੈ, ਉਹਦੇ ਤੇ ਇੱਕ ਐਕਸਕੂਏਟਰ ਵੀ ਨਹੀਂ ਲੰਘ ਸਕਦਾ। ਦੈਟਸ ਰਾਈਟ। ਉਹ ਇੱਕ ਕੁਐਸਚਨ ਅਰਾਈਜ਼ ਹੋ ਰਿਹਾ ਵੀ ਇਹ ਕੀ ਮੁਸ਼ਕਿਲ ਹੈ, ਇੱਕ ਬੰਦੇ ਨੇ ਐਕਸਕੂਏਟਰ ਕੱਢ ਕੇ ਲੈ ਕੇ ਜਾਣਾ ਹੈ,
ਜਾਂ ਤਾਂ ਉਹ ਰੁਕੀ ਡਰਾਈਵਰ ਹੈ ਬਿਲਕੁਲ ਜਾਂ ਉਸ ਬੰਦੇ ਨੂੰ ਪ੍ਰੋਪਰ ਪਤਾ ਹੋਣਾ ਚਾਹੀਦਾ ਹੈ। ਕਿਉਂਕਿ ਮੈਂ ਉਹਦੇ ਬਾਰੇ ਰਿਸਰਚ ਕਰਨ ਦੀ ਕੋਸ਼ਿਸ਼ ਕੀਤੀ, ਪਾਇਲਟ ਕਾਰਸ ਮੋਸਟਲੀ ਵਾਈਡ ਲੋਡ ਦੇ ਨਾਲ ਹੁੰਦੀਆਂ, ਪਰ ਉਹਦੇ ਨਾਲ ਕੁਝ ਨਹੀਂ ਸੀਗਾ। ਉਹ ਕਹਿੰਦੇ ਵੀ ਐਕਸਕੂਏਟਰ ਨੂੰ ਪਾਇਲਟ ਕਾਰ ਦੀ ਲੋਡ ਨਹੀਂ ਹੁੰਦੀ ਕਿਉਂਕਿ ਇਟਸ ਨਾਟ ਅ ਵਾਈਡ ਲੋਡ। ਬਟ ਡਾਕਟਰ ਸਾਹਿਬ ਕਾਰਨ ਇਹ ਹੈ ਵੀ ਇੱਕ ਐਕਸਕੂਏਟਰ ਨਹੀਂ ਨੰਗਾ। ਤੁਹਾਨੂੰ ਇੱਕ ਚੀਜ਼ ਕੱਲ ਦੀ ਨਿਊਜ਼ ਰਿਲੀਜ਼ ਤੋਂ ਬਾਅਦ ਇੱਕ ਚੀਜ਼ ਹੋਰ ਮੇਜਰ ਆਈ ਹੈ ਵੀ ਆਪਾਂ ਦੇਖ ਰਹੇ ਹਾਂ ਵੀ ਜਦੋਂ ਇੱਕ ਰੋਡ ਬਣਦੀ ਹੈਗੀ ਐਜ਼ ਐਨ ਇੰਜੀਨੀਅਰਿੰਗ ਪੁਆਇੰਟ ਆਫ ਵੀ ਆਪਾਂ ਦੇਖੀਏ, ਉਹਦੀ ਹਾਈਟ ਜਿਹੜੀ ਮੇਜਰ ਕੀਤੀ ਹੁੰਦੀ ਹੈ ਸੇ 9 ਮੀਟਰ ਹਾਈਟ ਕਰ ਲਈ। ਹੁਣ ਪਿਛਲੇ 10 ਸਾਲ ਦੇ ਵਿੱਚ ਜਦੋਂ ਬ੍ਰਿਜ ਬਣਿਆ ਜਾਂ 20 ਸਾਲ 9 ਮੀਟਰ ਸੀਗੀ, ਉਹ 6 ਵਾਰੀ ਜਿਹੜੀ ਰੋਡ ਹੈ ਹਾਈਵੇ ਜਿਹੜਾ ਉਹ ਰਿਪਲੇਸ ਹੋ ਗਿਆ। ਡਾਕਟਰ ਸਾਹਿਬ ਉਹਨੂੰ ਕ੍ਰਸ਼ ਨਹੀਂ ਕਰਦੇ, ਉਹਦੇ ਉੱਪਰ ਜੇ ਕ੍ਰਸ਼ ਕੀਤੇ ਤੋਂ ਬਗੈਰ ਉੱਪਰ ਦੀ ਉੱਪਰ ਲੇਅਰ ਪਾਈ ਜਾਂਦੇ, ਉਹ 9 ਮੀਟਰ ਦੀ ਘਟ ਕੇ ਹੋ ਸਕਦਾ 8.75 ਰਹਿ ਗਈ ਹੋਵੇ। ਬਿਲਕੁਲ ਇਹ ਚੀਜ਼ਾਂ ਦਾ ਧਿਆਨ ਹੁਣ ਕੱਲ ਨੂੰ ਇੰਜੀਨੀਅਰਿੰਗ ਡਿਪਾਰਟਮੈਂਟ ਉੱਥੇ ਸੀਗਾ, ਉਹ ਦੇਖ ਰਿਹਾ ਵੀ ਐਕਚੁਅਲੀ ਪ੍ਰੋਬਲਮ ਹੈ ਕਿੱਥੇ ਹੈ। ਜਾਂ ਮੇਰੇ ਖਿਆਲ BCTA ਨੇ ਵੀ ਇੱਕ ਦੱਸਿਆ ਸੀਗਾ, ਆਪਣਾ ਥੋੜਾ ਸਟੇਟਮੈਂਟ ਕੀਤੀ ਸੀ ਕਿ ਮੋਸਟ ਜਿਹੜੇ ਐਕਸੀਡੈਂਟ ਹੁੰਦੇ ਹੈਗੇ ਆ, ਇਹ ਸਿਰਫ ਇਹ ਨਹੀਂ ਕਿ ਲੋਕੀ ਜਾਣ ਕੇ ਕਰਦੇ ਨੇ, ਪਰ ਕਿਉਂਕਿ ਜਿਹੜਾ ਸਿਸਟਮ ਹੈਗਾ ਉਹ ਕੋਈ ਕੰਸਿਸਟੈਂਸੀ ਨਾਲ ਨਹੀਂ ਹੁੰਦਾ ਹੈਗਾ। ਜਦੋਂ ਵੀ ਹੁਣ ਨਵੇਂ ਬ੍ਰਿਜ ਬਣਦੇ ਹੈਗੇ ਆ, ਉਹ ਵੀ ਦੇਖਦੇ ਆ ਕਿ ਵਾਟਸ ਦ ਬੈਸਟ ਆਪਸ਼ਨ, ਨਾ ਕਿ ਵਾਟਸ ਦ ਮੋਸਟ ਸੇਫੈਸਟ ਆਪਸ਼ਨ। ਅਗੇਨ ਪੈਸਿਆਂ ਦੀ ਹਮੇਸ਼ਾ ਗੱਲ ਹੁੰਦੀ ਹੈ ਕਿ ਪੈਸੇ ਘੱਟ ਹੈਗੇ ਆ, ਪੈਸੇ ਹੋਰ ਚਾਹੀਦੇ ਆ, ਪੈਸੇ ਹੋਰ ਚਾਹੀਦੇ ਆ, ਪਰ ਸੇਫਟੀ ਤੋਂ ਇਲਾਵਾ ਜਿਹੜੀ ਇਹੋ ਜਿਹੀ ਸਿਸਟਮ ਹੁੰਦੀ, ਜਦੋਂ ਵੀ ਕਿਸੇ ਨੇ ਆਪਣੇ ਟਰੱਕ ਦੇ ਪਿੱਛੇ ਬਹਿਣਾ, ਆਪਣੇ ਡਰਾਈਵਰ ਸੀਟ ਤੇ ਬਹਿਣਾ, ਜ਼ਰੂਰ ਚੈੱਕ ਕਰੋ ਕਿ ਜਿਹੜੀ ਤੁਸੀਂ ਰੂਟ ਤੇ ਜਾਣਾ ਉਹਦੀ ਹਾਈਟ ਲਿਮਿਟੇਸ਼ਨਸ ਕਿੰਨੀਆਂ, weight restrictions ਕਿੰਨੇ ਹੈਗੇ, ਹਮੇਸ਼ਾ ਆਪਾਂ ਚੈੱਕ ਕਰੋ, ਕਿਉਂਕਿ ਗਾਹਾਂ ਜਾ ਕੇ ਇਸ ਤਰ੍ਹਾਂ ਫਿਰ ਵੀ ਹੋ ਸਕਦਾ। ਡਾਕਟਰ ਸਾਹਿਬ ਇੱਕ ਪਾਇਲਟ ਹੈ, ਪਾਇਲਟ ਜਿਹੜਾ ਬੈਠਾ ਉਸ ਹਾਈਵੇ ਦੇ ਉੱਤੇ, ਉਸ ਟਰੱਕ ਦੇ ਵਿੱਚ ਜਿਹੜਾ ਬੈਠਾ, ਉਹਦਾ ਡਿਸੀਜਨ ਫਾਈਨਲ ਡਿਸੀਜਨ ਮੰਨਿਆ ਜਾਊਗਾ। ਮੈਂ ਇਹ ਨਹੀਂ ਕਹਿ ਸਕਦਾ ਮੈਂ ਪਾਇਲਟ ਸੀਟ ਤੇ ਬੈਠਾ ਵੀ ਮੈਨੂੰ ਡਿਸਪੈਚ ਨੇ ਕਹਿ ਦਿੱਤਾ ਸੀ ਲੈ ਜਾਓ ਲੋਡ ਤੇ ਮੋਰੇ ਜੇ ਖਾਈ ਹੈਗੀ ਤੇ ਮੈਂ ਚੱਲ ਜਾਊ, ਇਦਾਂ ਨਹੀਂ ਹੋ ਸਕਦਾ। ਤੁਸੀਂ BCTA ਦੀ ਗੱਲ ਕੀਤੀ, ਮੈਂ ਡੇਵਰਲ ਨਾਲ ਅੱਜ ਮੈਸੇਜ ਛੱਡਿਆ ਹੈਗਾ, ਆਉਣ ਵਾਲੇ ਸ਼ੋਅ ਦੇ ਵਿੱਚ ਕੋਸ਼ਿਸ਼ ਕਰਾਂਗੇ ਡੇਵਰਲ ਨੂੰ ਅਸੀਂ ਸ਼ੋਅ ਦੇ ਵਿੱਚ ਲੈ ਕੇ ਆਈਏ, ਉਹਨਾਂ ਨਾਲ ਗੱਲ ਕਰੀਏ, ਉਹਨਾਂ ਨੂੰ ਕੁਐਸਚਨ ਪੁੱਛੀਏ ਵੀ ਇਹ ਇਹੋ ਜਿਹੇ ਮੁੱਦੇ ਤਾਂ ਕਿ ਦੁਬਾਰਾ ਨਾ ਆਉਣ। ਸੋ ਟੋਨੀ ਸਿੰਘ ਇਹਦੇ ਨਾਲ ਦੀ ਨਾਲ ਆਪਾਂ ਦੋ ਗੱਲਾਂ ਹੋਰ ਵੀ ਕਰੀਏ। ਇੱਕ ਜਿਹੜਾ ਹੈਗਾ ਕੱਲ 2 ਕਾਰਾਂ ਦੀ ਅੱਗ ਵੀ ਲੱਗੀ ਸੀ, ਇੱਕ ਤਾਂ ਮੈਂ ਕੋਲ ਦੀ ਲੰਘਿਆ ਪੋਰਟਮੈਨ ਬ੍ਰਿਜ ਤੇ, ਕੱਲ ਰਫਲੀ ਦੁਪਹਿਰ ਦਾ ਵੇਲਾ ਸੀਗਾ, ਉਦੋਂ ਇੱਕ ਹਰੀ ਫੋਰਡ ਦੀ ਫਿਏਸਟਾ ਗੱਡੀ ਬ੍ਰਿਜ ਦੇ ਵਿਚਾਲੇ ਪੂਰੀ ਅੱਗ ਵਿੱਚ ਰੁੜੀ ਹੋਈ ਸੀਗੀ, ਤੇ ਇਹ ਨਹੀਂ ਪਤਾ ਕਿ ਚਲੋ ਬੰਦਰੇ ਅੰਦਰ ਜਿਹੜੇ ਸੀਗੇ ਉਹ ਸਾਰੇ ਨਿਕਲ ਗਏ ਸੀ, ਪਰ ਉਸ ਤੋਂ ਬਾਅਦ ਆਪਣੇ ਐਬਟਸਫੋਰਡ ਸੈਕਸ਼ਨ ਵਿੱਚ ਇੱਕ ਗੱਡੀ ਨੂੰ ਉੱਥੇ ਵੀ ਅੱਗ ਲੱਗੀ ਸੀ। ਸੋ ਅਗੇਨ ਤੁਸੀਂ ਆਪਣੀ ਗੱਡੀ ਨੂੰ ਹਮੇਸ਼ਾ ਚੈੱਕ ਕਰੋ, ਜਿਸ ਤਰ੍ਹਾਂ ਤੁਸੀਂ ਟਰੱਕ ਚੈੱਕ ਕਰਦੇ ਹੋ, ਜਿਹੜੀ ਮੋਟਰ ਵਹੀਕਲ ਤੁਸੀਂ ਕੋਈ ਵੀ ਚਲਾਉਂਦੇ ਹੋ, ਪਲੀਜ਼ ਉਹਨੂੰ ਚੈੱਕ ਕਰਕੇ ਰੱਖੋ ਕਿ ਸਾਰਾ ਕੁਝ ਠੀਕ ਹੈ, ਫਲੂਇਡ ਵਿੱਚ ਹੈਗਾ, ਤੁਹਾਡਾ ਕੂਲੈਂਟ ਸਿਸਟਮ ਵਿੱਚ ਹੈਗਾ, ਤੁਹਾਡਾ ਸਿਸਟਮ ਸਾਰੇ ਠੀਕ ਚੱਲਦੇ ਨੇ, ਕਿਉਂਕਿ ਬਹੁਤ ਸਾਰਾ ਨੁਕਸਾਨ ਹੋ ਸਕਦਾ ਹੈ। ਬਿਲਕੁਲ ਡਾਕਟਰ ਸਾਹਿਬ ਇੱਕ ਚੀਜ਼ ਹੋਰ ਹੈ, 10 ਤੋਂ 16 ਜੁਲਾਈ ਦੇ ਵਿੱਚ ਜਿਹੜਾ ਵੀਕ ਹੈਗਾ ਇਹਨੂੰ ਸੇਫਟੀ ਵੀਕ ਵਾਂਗੂ ਮੰਨਿਆ ਜਾਂਦਾ, ਤੇ ਇਹਦੇ ਵਿੱਚ ਐਕਸਟਰਾ ਚੈਕਿੰਗ ਸਪੈਸ਼ਲੀ ਹੋ ਰਹੀ ਹੈ। ਸੋ ਪਲੀਜ਼ ਹਮੇਸ਼ਾ ਹੀ ਤੁਸੀਂ ਧਿਆਨ ਰੱਖਦੇ ਆ ਔਰ ਰੱਖਣਾ ਵੀ ਚਾਹੀਦਾ, ਪਰ ਇਹਦੇ ਵਿੱਚ ਥੋੜਾ ਵੱਧ ਹੋ ਤਾਂ ਕਿ ਤੁਹਾਨੂੰ ਕਿਸੇ ਟਿਕਟ ਤੋਂ ਬਚਾਅ ਹੋ ਜਾਵੇ, ਕਿਉਂਕਿ ਐਕਸਟਰਾ ਜਿਹੜੇ ਪੁਲਿਸ ਆਫੀਸਰ CVSE ਵਾਲੇ ਜਿਹੜੇ ਉਹਦੇ ਵਿੱਚ ਚੈੱਕ ਕਰਦੇ ਹੋ। ਬਿਲਕੁਲ ਟੋਨੀ ਸਿੰਘ, ਜਿਸ ਤੱਕ ਮੇਰਾ ਖਿਆਲ ਹੈ ਜਿਹੜੇ ਆਪਣੇ ਗੈਸਟ ਅੱਜ ਦੇ ਹੈਗੇ ਨੇ, ਆਪਾਂ ਗੱਲ ਕੀਤੀ ਸੀ ਹਰਮੀਤ ਸਿੰਘ ਨਿੱਜਰ, ਉਹ ਆਪਣੇ ਮੇਰੇ ਖਿਆਲ ਜੁੜ ਚੁੱਕੇ। ਹੁਣ ਇਹਨਾਂ ਆਪਾਂ ਗੱਲਬਾਤ ਇਹ ਕਰਨੀ ਕਿ ਜਿਹੜੇ ਅੱਜ ਕੱਲ ਟਰੱਕਿੰਗ ਵਿੱਚ ਇਕੁਇਪਮੈਂਟ ਬਾਰੇ ਵੀ ਗੱਲ ਕਰਾਂਗੇ, ਨਾਲ ਲਾਇਸੈਂਸਿੰਗ ਨਾਲੇ ਵੀ ਗੱਲ ਕਰਾਂਗੇ। ਸੋ ਹਰਮੀਤ ਸਿੰਘ ਸਾਡੇ ਨਾਲ ਜੁੜ ਚੁੱਕੇ। ਹਰਮੀਤ ਸਿੰਘ, ਬਹੁਤ ਸਵਾਗਤ ਤੁਹਾਡਾ, ਜੀ ਆਇਆਂ ਨੂੰ, ਤੇ ਆਪਾਂ ਥੋੜੀ ਬਹੁਤੀ ਗੱਲਬਾਤ ਕਰ ਦੇਂਗੇ ਤੁਹਾਡੇ ਤਜਰਬੇ ਨਾਲ ਅੱਜ ਕੱਲ ਕੀ ਹੁੰਦਾ ਹੈ। ਅੱਜ ਤੁਹਾਡੀ ਗੱਲ ਅਸੀਂ ਹਰਮੀਤ ਸਿੰਘ ਨਿੱਜਰ ਨਾਲ ਕਰਾਵਾਂਗੇ, ਜਿਹੜੇ ਕਿ WCT ਨਾਲ ਜੁੜੇ ਹੋਏ ਉਹਨਾਂ ਦੇ ਇੱਕ ਨੁਮਾਇੰਦੇ ਹਨ। ਹਾਈਵੇ ਦੇ ਉੱਤੇ ਟਰੱਕਰਸ ਨੂੰ ਬਹੁਤ ਜ਼ਿਆਦਾ ਪ੍ਰੋਬਲਮਸ ਆ ਰਹੀਆਂ ਹਨ, ਉਹਨਾਂ ਨਾਲ ਗੱਲ ਕਰਕੇ ਦੇਖਦੇ ਹਾਂ ਵੀ ਉਹ ਕੀ ਕਰ ਰਹੇ ਇਹਦੇ ਬਾਰੇ, ਤੇ ਆਪਾਂ ਕਿਸ ਤਰ੍ਹਾਂ ਦਾ ਬੈਨੀਫਿਟ ਹੋਰ ਉਹਨਾਂ ਦੀ ਐਸੋਸੀਏਸ਼ਨ ਤੋਂ ਲੈ ਸਕਦੇ ਹਾਂ। ਹਰਮੀਤ ਸਿੰਘ ਨਿੱਜਰ, ਤੁਹਾਡਾ ਸਵਾਗਤ ਹੈ। ਥੈਂਕ ਯੂ ਜੀ, ਮੈਨੂੰ ਤੁਸੀਂ ਅੱਜ ਦੇ ਸ਼ੋਅ ਦੇ ਵਿੱਚ ਸ਼ਾਮਿਲ ਕੀਤਾ, ਤੇ ਸਾਰੇ ਤੁਹਾਡੇ ਵਿਊਅਰਸ ਨੂੰ ਸਤਿ ਸ੍ਰੀ ਅਕਾਲ ਜੀ। ਹਰਮੀਤ ਸਿੰਘ, ਆਪਾਂ ਆਪਸ 'ਚ ਕਾਫੀ ਦੇਰ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ, ਆਫ ਦਾ 에ਅਰ ਵੀ ਕਾਫੀ ਵਾਰ ਗੱਲ ਕਰਦੇ ਰਹੇ ਹੈਗੇ ਆ। ਤੁਸੀਂ ਇੱਕ ਇੰਡੀਪੈਂਡੈਂਟ ਓਨਰ ਆਪਰੇਟਰ ਐਸੋਸੀਏਸ਼ਨਸ ਹੈ, ਬਹੁਤ ਸਾਰੇ ਮੁੰਡੇ ਜਿਹੜੇ ਹੈਗੇ ਆ ਉਹ ਆਲਰੇਡੀ ਕੰਮ ਇਹ 'ਤੇ ਕਰ ਰਹੇ ਆ। ਮੈਨੂੰ ਥੋੜ੍ਹਾ ਜਿਹਾ ਇਹਦੇ ਬਾਰੇ ਦੱਸੋ ਵੀ ਜਿਹੜੀ WCTA ਦੇ ਵਿੱਚ ਤੁਸੀਂ ਜਿਹੜਾ ਕੰਮ ਕਰ ਰਹੇ ਆ, ਉਹਦੇ ਮੁਤਾਬਕ ਕੀ ਤੁਸੀਂ ਇਹਦੇ ਵਿੱਚ ਤੁਹਾਡਾ ਗੋਲ ਕੀ ਆ, ਕਰਨਾ ਕੀ ਚਾਹੁੰਦੇ ਆ ਤੁਸੀਂ ਇਹਦੇ 'ਚ? ਓਕੇ, ਜਿੱਦਾਂ ਕਿ ਤੁਸੀਂ ਕਿਹਾ ਕਿ ਆਪਾਂ ਪਹਿਲਾਂ ਵੀ ਇਸ ਬਾਰੇ ਗੱਲ ਕਰ ਚੁੱਕੇ ਹਾਂ, ਤੇ ਲਾਸਟ ਈਅਰ ਅਸੀਂ ਇਹ ਐਸੋਸੀਏਸ਼ਨ ਫਾਰਮ ਕੀਤੀ, ਵੈਸਟ ਕੋਸਟ ਟਰੱਕਿੰਗ ਐਸੋਸੀਏਸ਼ਨ, ਤੇ ਸਾਡਾ ਮੇਨ ਮੋਟਿਵ ਇਹ ਸੀਗਾ ਕਿ ਜਿਹੜੇ ਰੈਸਟੋਰੈਂਟਸ ਦੇ ਇਸ਼ੂਜ਼ ਨੇ, ਪਾਰਕਿੰਗ ਦੇ ਇਸ਼ੂਜ਼ ਨੇ, ਪਾਰਕਿੰਗ ਦੇ ਇਸ਼ੂਜ਼ ਹਾਈਵੇ ਦੇ ਤੇ ਵੀ, ਤੇ ਵਿਦਨ ਟਾਊਨ ਇਨ ਸਿਟੀ ਦੇ ਵਿੱਚ ਵੀ ਜਿੱਥੇ ਟਰੱਕ ਪਾਰਕਿੰਗਸ ਵਗੈਰਾ ਦੇ ਇਸ਼ੂ ਨੇ, ਉਹਦੇ ਰਿਗਾਰਡਿੰਗ ਅਸੀਂ ਗਵਰਨਮੈਂਟ ਤੱਕ ਆਪਣੀ ਆਵਾਜ਼ ਪਹੁੰਚਦੀ ਕਰੀਏ। ਵਿੰਟਰ ਕੰਡੀਸ਼ਨ ਦੇ ਵਿੱਚ ਬੈਡ ਰੋਡ ਕੰਡੀਸ਼ਨਸ ਬਹੁਤ ਜ਼ਿਆਦਾ ਹੋ ਜਾਂਦੀ ਨੇ, ਜਿਹਦੇ ਕਰਕੇ ਕਿ ਐਕਸੀਡੈਂਟਸ ਹੋ ਸਕਦੇ ਨੇ, ਜਿਹੜੇ ਕਿ ਪ੍ਰੀਵੈਂਟੀਬਲ ਐਕਸੀਡੈਂਟਸ ਨੇ, ਜਿਹੜੇ ਕਰਕੇ ਬਹੁਤ ਮੈਸਿਵ ਰੋਡ ਕਲੋਜ਼ਰਸ ਹੋ ਜਾਂਦੇ ਨੇ, ਸਾਰੇ ਟ੍ਰੈਫਿਕ ਤੇ ਹੋਰ ਲਾਈਨਅਪਸ ਵਗੈਰਾ ਜਿਹੜਾ ਕਿਓਸ ਕ੍ਰੀਏਟ ਹੁੰਦਾ, ਉਹਦੇ ਨਾਲ ਸਾਰੀ ਟਰੱਕਿੰਗ ਇੰਡਸਟਰੀ ਇਫੈਕਟਡ ਹੁੰਦੀ ਹੈ ਜੀ। ਹਰਮੀਤ, ਇੱਕ ਮੈਨੂੰ ਦੱਸੋ,
ਟਰੱਕਰਸ ਦੇ ਉੱਤੇ ਜਿਹੜੇ ਕਿ ਸਾਡੇ ਨੈਸ਼ਨਲ ਹੀਰੋ ਹੈ, ਸਾਰਾ ਦਿਨ ਮਿਹਨਤ ਭਰਿਆ ਕੰਮ ਕਰਦੇ ਹੈਗੇ ਆ, ਰੋਡ ਤੇ ਅੱਖਾਂ ਗੱਡੀ ਰੱਖਦੇ ਆ, ਉਹਨਾਂ ਨੇ ਬਹੁਤ ਟਾਈਮ ਤੋਂ ਕਮਿਊਨਿਟੀ ਦੀ, ਪੂਰੀ ਇੰਡਸਟਰੀ ਦੀ ਹੈਲਪ ਕੀਤੀ ਹੈ। ਉਹਨਾਂ ਉੱਤੇ ਇੱਕ ਬੜਾ ਵੱਡਾ ਦਬਾਅ ਪਾਇਆ ਜਾ ਰਿਹਾ, ਹਰ ਪੱਖੋਂ ਦਬਾਅ ਪਾਇਆ ਜਾ ਰਿਹਾ। ਆਪਾਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਵਾਰ-ਵਾਰ ਇਹੀ ਗੱਲ ਕਰਦੇ ਹਾਂ ਵੀ ਟਰੱਕਰਸ ਦੇ ਉੱਤੇ ਹਮੇਸ਼ਾ ਦਬਾਅ ਪੈਂਦਾ, ਉਹਨਾਂ ਨੂੰ ਇਨਕਰੇਜਮੈਂਟ ਨਹੀਂ ਮਿਲਦੀ, ਉਸ ਪ੍ਰੋਫੈਸ਼ਨ ਨੂੰ ਡਿਸਕਰੇਜਮੈਂਟ ਹੀ ਮਿਲਦੀ ਹੈ। ਔਰ ਆਪਾਂ ਹਰ ਵਾਰੀ, ਹਰ ਸ਼ੋਅ 'ਚ ਇਹ ਗੱਲ ਮੈਂ ਜ਼ਰੂਰ ਗੱਲ ਕਰੂੰਗਾ ਇਹ, ਕਿਉਂਕਿ ਸਾਡੇ ਕੋਲ ਮੁੱਦੇ ਬਹੁਤੇ ਨਵੇਂ ਨਹੀਂ ਆਣੇ, ਸਾਡੇ ਕੋਲ ਉਹੀ ਪੁਰਾਣੇ ਮੁੱਦੇ ਆ। ਜੇ ਅਸੀਂ ਉਹੀ ਮੁੱਦਿਆਂ ਤੇ ਗੱਲ ਕਰਦੇ ਹਾਂ, ਇਹਦਾ ਮਤਲਬ ਹਾਲੇ ਤੱਕ ਉਹ ਮੁੱਦੇ ਸੋਲਵ ਨਹੀਂ ਹੋਏ। ਕਿਸ ਤਰੀਕੇ ਦਾ ਮੈਂਟਲੀ ਜਾਂ ਉਹਨਾਂ ਤੇ ਦਬਾਅ ਪਾਇਆ ਜਾ ਰਿਹਾ ਹਰਮੀਤ, ਜਦੋਂ ਆਪਾਂ ਗੱਲ ਕਰਦੇ ਹਾਂ ਕੋਈ ਅੱਜ ਕੱਲ੍ਹ ਇਕਵਿਪਮੈਂਟ ਇੰਨਾ ਮਹਿੰਗਾ ਹੋ ਗਿਆ, ਉਹਦੇ ਰਿਲੇਟਡ? ਥੈਂਕ ਯੂ ਪਹਿਲਾਂ ਤਾਂ ਤੁਹਾਡਾ ਜੀ, ਤੁਸੀਂ ਕਾਈਂਡ ਵਰਡ ਬੋਲੇ ਟਰੱਕਰਸ ਬਾਰੇ। ਤੇ ਜਿਵੇਂ ਕਿ ਤੁਸੀਂ ਕਿਹਾ ਕਿ ਅੱਜ ਕੱਲ੍ਹ ਟਰੱਕਿੰਗ ਜਿਹੜੀ ਹੈ ਬਹੁਤ ਜ਼ਿਆਦਾ ਸਟ੍ਰੈਸਡ ਹੋ ਚੁੱਕੀ ਹੈ ਜੀ, ਤੇ ਓਵਰਨਾਈਟ ਸ਼ਿਪਿੰਗ ਕਮਿਟਮੈਂਟਸ ਹੋ ਗਈ, ਲੌਂਗ ਰੋਡ ਡਿਲੇਜ਼ ਹੋ ਗਈ, ਕੰਸਟਰਕਸ਼ਨ ਡਿਲੇਜ਼ ਹੋ ਗਈਆਂ, ਤੇ ਉਸ ਤੋਂ ਬਾਅਦ ਵਿੰਟਰ ਦੇ ਵਿੱਚ ਹੋਰ ਬੈਡ ਵੈਦਰ ਡਿਲੇਜ਼ ਵਗੈਰਾ ਹੈਗੀਆਂ। ਇਹ ਸਾਰੀ ਚੀਜ਼ਾਂ ਟਰੱਕਰ ਦੇ ਉੱਤੇ ਓਵਰ ਸਟ੍ਰੈਸ ਕ੍ਰੀਏਟ ਕਰਦੀਆਂ ਨੇ। ਤੁਸੀਂ ਹੁਣ ਆਪਣੇ, ਜਿੱਦਾਂ ਤੁਸੀਂ ਕਿਹਾ ਕਿ ਜਦ ਤੱਕ ਆਪਣੇ ਮੁੱਦੇ ਹੱਲ ਨਹੀਂ ਹੋ ਜਾਂਦੇ ਤਦ ਤੱਕ ਆਪਾਂ ਨੂੰ ਉਹੀ ਮੁੱਦੇ ਦੇ ਉੱਤੇ ਸਟਿਕ ਰਹਿਣਾ ਪੈਂਦਾ। ਹੁਣ ਜੇ ਸਾਨੂੰ ਕਿਤੇ ਪ੍ਰੋਪਰ ਪਾਰਕਿੰਗ ਹੀ ਨਹੀਂ ਮਿਲਦੀ, ਕਿੱਥੇ ਅਸੀਂ ਪਾਰਕ ਲਾਵਾਂਗੇ, ਕਿੱਥੇ ਅਸੀਂ ਰੁਕ ਕੇ ਹਰਮੀਤ, ਆਪਾਂ ਮੁੱਦੇ ਤੋਂ ਨਹੀਂ ਭਟਕਣਾ, ਆਪਾਂ ਪਾਰਕਿੰਗ ਦੀ ਗੱਲ ਬਾਅਦ 'ਚ ਕਰਾਂਗੇ। ਪਹਿਲਾਂ ਮੈਨੂੰ ਇਸ ਚੀਜ਼ ਬਾਰੇ ਦੱਸੋ ਵੀ ਅੱਜ ਕੱਲ੍ਹ ਇਕਵਿਪਮੈਂਟ ਇੰਨਾ ਐਕਸਪੈਂਸਿਵ ਹੋ ਰਿਹਾ ਹੈਗਾ, ਉਹਦੇ ਬਾਰੇ ਵੀ ਵਾਕਈ ਟਰੱਕਰਸ ਉੱਤੇ ਪ੍ਰੈਸ਼ਰ ਹੈਗਾ? ਜੇ ਹੈਗਾ ਤਾਂ ਕਿੱਦਾਂ ਦਾ ਪ੍ਰੈਸ਼ਰ ਹੈ? ਬਹੁਤ ਪ੍ਰੈਸ਼ਰ ਹੈ ਜੀ ਟਰੱਕਰਸ ਦੇ ਉੱਤੇ। ਜਿਹੜੇ ਟਰੱਕ ਦੇ ਇਕਵਿਪਮੈਂਟ ਹੈ, ਉਹਦੀ ਮੇਨਟੇਨੈਂਸ ਕਾਸਟ ਹੈ, ਉਹ ਬਹੁਤ ਜ਼ਿਆਦਾ ਅੱਜ ਕੱਲ੍ਹ ਹਾਈ ਹੈ। ਟਰੱਕਰਸ ਜਿਹੜੇ ਨੇ ਕਿਸੇ ਵੀ ਬਿਜ਼ਨਸ ਦੀ ਤਰ੍ਹਾਂ ਇੰਡੀਪੈਂਡੈਂਟ ਓਨਰ ਆਪਰੇਟਰ ਬਿਜ਼ਨਸ ਆਪਰੇਟਰਸ ਨੇ ਜੀ, ਉਹ ਆਪਣੀ ਜਿਹੜੀ ਮਨੀ ਆ ਉਹ ਆਪਣੇ ਆਪ ਨੇ ਡਿਸਾਈਡ ਕਰ ਸਕਦੇ। ਉਹ ਕੰਪਨੀ ਦੇ ਪੈਰਾਮੀਟਰਸ ਤੇ ਹੁੰਦੀ ਜੀ, ਕੀ ਕੰਪਨੀ ਉਹਨਾਂ ਨੂੰ ਪੇ ਕਰਦੀ ਹੈ। ਇੱਕ ਮਿੰਟ ਮੈਂ ਤੁਹਾਨੂੰ ਰੋਕੂੰਗਾ ਇੱਥੇ, ਇੱਕ ਮਿੰਟ ਰੋਕੂੰਗਾ ਤੁਹਾਨੂੰ, ਕਿਉਂਕਿ ਓਨਰ ਆਪਰੇਟਰ ਵੀ ਤਾਂ ਇੱਕ ਕੰਪਨੀ ਹੈ ਨਾ? ਹਾਂਜੀ, ਇਹ ਓਨਰ ਆਪਰੇਟਰ ਵੀ ਕੰਪਨੀ ਹੈ। ਤੇ ਮੈਂ ਜਿਹੜੀ ਗੱਲ ਤੇ ਆ ਰਿਹਾ ਸੀਗਾ ਜੀ, ਉਹ ਇਹ ਹੈ ਕਿ ਦੇਖੋ ਹੁਣ ਜਿਹੜੇ ਉਹ ਪੈਰਾਮੀਟਰਸ ਆਪਾਂ ਨੂੰ ਫੋਲੋ ਕਰਨੇ ਪੈਂਦੇ ਨੇ, ਉਹ ਡਿਲੀਵਰੀ ਕਮਿਟਮੈਂਟਸ ਜਿਹੜਾ ਆਪਾਂ ਨੂੰ ਕੰਮ ਪਰਫਾਰਮ ਕਰਨਾ ਪੈਂਦਾ। ਜਿਵੇਂ ਹੁਣ ਮਕੈਨਿਕਸ ਨੇ, ਉਹ ਤਾਂ ਆਪਣੇ ਰੇਟਸ ਹਾਈ ਕਰ ਲੈਂਦੇ ਨੇ। ਡੀਲਰਸ ਨੇ, ਉਹਨਾਂ ਨੇ ਟਰੱਕਰ ਦੀ ਕਾਸਟ ਜਿਹੜੀ ਆ ਇਨਫਲੇਸ਼ਨ ਕਰਕੇ ਉਹ ਕਾਸਟ ਹਾਈ ਕਰਤੀ। ਉਹ ਕਾਸਟ ਕਿਹਦੇ ਤੇ ਆਉਂਦੀ ਹੈ? ਟਰੱਕਿੰਗ ਕੰਪਨੀ ਤੇ ਆਉਂਦੀ ਹੈ। ਟਰੱਕਿੰਗ ਕੰਪਨੀ, ਵੱਡੀ ਫਲੀਟ ਵੀ ਹੋ ਸਕਦੀ ਹੈ, ਓਨਰ ਆਪਰੇਟਰ ਵੀ ਹੋ ਸਕਦੇ ਆ, ਤੇ ਕੱਲ ਨੂੰ ਜਿਹੜਾ ਡਰਾਈਵਰ ਓਨਰ ਆਪਰੇਟਰ ਬਣਨਾ ਚਾਹੁੰਦਾ, ਉਹ ਚੀਜ਼ ਸਾਰੇ ਉਹਦੇ ਵਿੱਚ ਕਵਰਡ ਹੋ ਜਾਂਦੇ ਨੇ ਜੀ। ਤੇ ਟਰੱਕਿੰਗ ਦੀ ਕਾਸਟ ਹੈ, ਇੱਕ ਟਰੱਕ 1.25 ਲੱਖ ਦਾ ਹੁੰਦਾ ਸੀ, ਉਹਦੇ ਵਿੱਚ ਵਾਰੰਟੀ ਪਾ ਕੇ ਸਾਰਾ ਕੁਝ ਕਰਕੇ ਅਰਾਊਂਡ 140-145 ਦੇ ਆਸ-ਪਾਸ ਕਾਸਟ ਕਰਦਾ ਹੁੰਦਾ ਸੀ। ਉਸ ਟਾਈਮ ਉਹਨੂੰ ਕਹਿੰਦੇ ਸੀ ਕਿ 10 ਸਾਲ ਤੱਕ ਕਾਫੀ ਹਾਈ ਪ੍ਰਾਈਸ ਹੈ। ਬਟ ਹੁਣ ਤੁਸੀਂ ਅੱਜ ਦੀ ਡੇਟ 'ਚ ਤੁਸੀਂ ਟਰੱਕ ਲੈਣਾ $236,000 ਦਾ ਤੁਹਾਨੂੰ ਟਰੱਕ ਅੱਜ ਦੀ ਡੇਟ 'ਚ ਮਿਲੇਗਾ, ਉਹ ਵੀ ਉਹਦੀ 1.5 ਸਾਲ ਦੀ ਵੇਟਿੰਗ ਹੈਗੀ। ਜੇ ਤੁਸੀਂ ਟਰੱਕ ਨੂੰ ਮੇਨਟੇਨ ਕਰਨਾ ਤਾਂ ਤੁਹਾਨੂੰ ਮੇਨਟੇਨ ਕਰਨ ਵਾਸਤੇ ਪਾਰਟਸ ਅਵੇਲੇਬਲ ਨਹੀਂ ਅੱਜ ਦੀ ਡੇਟ ਦੇ ਵਿੱਚ। ਪਾਰਟਸ ਦਾ ਬਹੁਤ ਮੇਜਰ ਇਸ਼ੂ ਹੈ ਜੀ। ਹਰਮੀਤ, ਇਹ ਟਰੱਕ ਦੀ ਪ੍ਰਾਈਸ ਵੱਧ ਗਈ ਬਿਲਕੁਲ। ਜਿਹੜਾ $1.5 ਲੱਖ ਦਾ ਟਰੱਕ ਸੀ, ਅੱਜ ਉਹ $2.5 ਲੱਖ ਦਾ, ਉਹ ਵੀ 1 ਸਾਲ ਦੀ ਵੇਟਿੰਗ ਤੋਂ ਬਾਅਦ ਮਿਲਦਾ। ਉਹਦੇ ਨਾਲ ਲੋਡਾਂ ਦੀ ਪ੍ਰਾਈਸ ਵੀ ਵਧੀ ਹੈ, ਤੁਹਾਨੂੰ ਇਨਕਮ ਸੋਰਸ ਵੀ ਤੁਹਾਡੇ ਵਧੇ ਆ ਕਿ ਉਹਨੇ ਨਹੀਂ ਵਧੇ? ਲੋਡਾਂ ਦੀ ਪ੍ਰਾਈਸ ਜਿਹੜੀ ਹੈ ਜੀ, ਉਹ ਫਲਕਚੁਏਟ ਕਰਦੀ ਰਹਿੰਦੀ ਹੈ। ਜਦੋਂ ਫਲੱਡਿੰਗ ਦਾ ਟਾਈਮ ਸੀਗਾ, ਉਸ ਟਾਈਮ ਤੇ ਲੋਡਸ ਦੇ ਜਿਹੜੇ ਰੇਟ ਸੀਗੇ, ਹਰ ਇੱਕ ਟਰੱਕਰ ਵਿਸ਼ ਕਰਦਾ ਕਿ ਹਾਂ ਵੀ ਲੋਡਸ ਹਮੇਸ਼ਾ ਹੀ ਉਦਾਂ ਦੇ ਰਹਿਣ, ਬਟ ਉਹ ਸਾਰਿਆਂ ਨੂੰ ਪਤਾ ਕਿ ਹਾਂ ਵੀ ਜਿਹੜੇ ਉਹ ਪ੍ਰਾਈਸ ਸੀਗਾ ਉਹ ਡਾਊਨ ਆ ਜਾਣਾ। ਬਟ ਹੁਣ ਬੈਕ ਟੂ ਬੇਸਿਕਸ ਫੇਰ ਦੁਬਾਰਾ ਜਿਹੜੇ ਲੋਡ ਦੇ ਪ੍ਰਾਈਸ ਨੇ ਉਹ ਕਾਫੀ ਡਾਊਨ ਨੇ ਜੀ। ਤੇ ਲੋਡਸ ਦੀ ਬਹੁਤ ਪ੍ਰੋਬਲਮ ਹੈ, ਬਹੁਤ ਇਸ਼ੂਜ਼ ਨੇ। ਜੇ ਤੁਸੀਂ ਇੱਕ ਸਾਈਡ ਚਲੇ ਜਾਂਦੇ, ਦੂਜੀ ਸਾਈਡ ਤੁਹਾਨੂੰ ਰਿਟਰਨ ਨਹੀਂ ਮਿਲਦੀ ਜੀ। ਇਹ ਇਕੱਲੇ ਓਨਰ ਆਪਰੇਟਰਸ ਨੇ, ਟਰੱਕਿੰਗ ਕੰਪਨੀਆਂ ਦੇ ਵੀ ਦਿੰਦੇ ਬਹੁਤ। ਦੇਖੋ, ਆਪਾਂ ਜਦੋਂ ਓਨਰ ਆਪਰੇਟਰ ਦੀ ਗੱਲ ਕਰਦੇ ਹਾਂ, ਆਪਾਂ ਇਸ ਮਾਧਿਅਮ ਤੇ ਕਹਿੰਦੇ ਓਨਰ ਆਪਰੇਟਰ ਹੋਵੇ ਚਾਹੇ ਕੋਈ ਟਰੱਕ ਡਰਾਈਵਰ ਹੋਵੇ, ਟਰੱਕਿੰਗ ਕੰਪਨੀ ਇਹ ਸਾਰਾ ਇੱਕ ਪਰਿਵਾਰ ਦਾ ਨਿੱਘਾ ਅੰਗ ਹੈ। ਓਨਰ ਆਪਰੇਟਰ ਡਰਾਈਵਰ ਤੋਂ ਇਲਾਵਾ ਕੰਪਨੀ ਹੈ ਨਹੀਂ। ਕੰਪਨੀ ਦੇ ਐਸੈਟ ਕੀ ਹੈ? ਓਨਰ ਆਪਰੇਟਰ ਤੇ ਡਰਾਈਵਰ। ਸੋ ਬੰਦੇ ਇਹਨੂੰ ਡਿਫਰੈਂਸ਼ੀਏਟ ਕਰਨ ਦੀ ਕੋਸ਼ਿਸ਼ ਕਰਦੇ ਹੈਗੇ। ਮੈਂ ਉਸ ਚੀਜ਼ ਦੇ ਵਿੱਚ ਸਹਿਮਤ ਨਹੀਂ ਹੁੰਦਾ। ਮੈਂ ਚਾਹੁੰਦਾ ਵੀ ਇਹ ਇੰਡਸਟਰੀ ਇਦਾਂ ਦੀ ਹੈਗੀ, ਇਹ ਸਾਰਾ ਇੱਕ ਪਰਿਵਾਰ ਹੈ। ਕੰਪਨੀ ਕਦੀ ਵੀ ਨਹੀਂ ਚਾਹੁੰਦੀ ਵੀ ਮੇਰਾ ਓਨਰ ਆਪਰੇਟਰ ਮੇਰੇ ਤੋਂ ਬਾਹਰ ਜਾਵੇ, ਜਾਂ ਓਨਰ ਆਪਰੇਟਰ ਕਦੀ ਨਹੀਂ ਚਾਹੁੰਦਾ ਮੈਂ ਆਪਣੀ ਕੰਪਨੀ ਬਿਨਾਂ ਕਿਸੇ ਮਤਲਬ ਤੋਂ ਛੱਡ ਕੇ ਹੋਰ ਜਾਵਾਂ। ਇਹ ਸਾਰੇ ਰਲ ਕੇ ਰਹਿਣਾ ਚਾਹੁੰਦੇ, ਪਰ ਹਾਲਾਤ ਜਿਹੜੇ ਇਹੋ ਜਿਹੇ ਬਣੇ ਹੋਏ ਆ ਜਾਂ ਰਹਿੰਦੇ ਇਦਾਂ ਦੇ ਆ ਵੀ ਜਿਹੜੇ ਉਹ ਸਾਥ ਨਹੀਂ ਦਿੰਦੇ। ਇਹ ਇੱਕ ਬਹੁਤ ਵੱਡੀ ਟ੍ਰੈਜੇਡੀ ਹੈ ਟਰੱਕਿੰਗ ਇੰਡਸਟਰੀ ਨੂੰ। ਇਹ ਜੀ ਇਸ ਤਰ੍ਹਾਂ ਦੀ ਚੇਨ ਹੈ ਜੀ, ਇੱਕ ਵੀ ਲਿੰਕ ਇਹ ਚੋਂ ਮਿਸ ਹੋ ਗਿਆ ਨਾ ਜੀ, ਤੇ ਉਹ ਡਿਊਟੀ ਕੋਈ ਵੀ ਪਰਫਾਰਮ ਨਹੀਂ ਕਰ ਸਕਦਾ। ਇਹ ਹੈਜ਼ ਟੂ ਬੀ ਇੰਟੈਕਟ ਹੈ ਨਾ। ਜੇ ਤੁਸੀਂ ਕੋਈ ਚੀਜ਼ ਪਰਫਾਰਮ ਕਰਨੀ ਹੈ, ਓਨਰ ਆਪਰੇਟਰ ਕੰਪਨੀ ਦੇ ਗੋ ਹੈਂਡ ਇਨ ਹੈਂਡ। ਕੋਈ ਵੀ ਕੰਪਨੀ ਹੈਗੀ, ਜੇ ਉਹਨਾਂ ਕੋਲ ਆਪਣੀ ਫਲੀਟ ਵੀ ਹੈ, ਦੇ ਵਿਲ ਸਟਿਲ ਹੈਵ ਓਨਰ ਆਪਰੇਟਰਸ, ਰਾਈਟ। ਇਦਾਂ ਹੀ ਓਨਰ ਆਪਰੇਟਰਸ ਨੂੰ ਵੀ ਕੰਪਨੀਆਂ ਚਾਹੀਦੀਆਂ ਨੇ।
ਕਿ ਜਿਹੜੇ ਉਹਨਾਂ ਦਾ ਰਿਗਾਰਡ ਕਰਨ, ਜਿਹੜੇ ਉਹਨਾਂ ਨੂੰ ਨਾਈਸਲੀ ਪੇ ਕਰਨ, ਔਨ ਟਾਈਮ ਪੇ ਕਰਨ, ਤੇ ਉਹਨਾਂ ਦੇ ਇਸ਼ੂਜ਼ ਜਿਹੜੇ ਨੇ ਉਹ ਲਿਸਨ ਕੀਤੇ ਜਾਣ। ਬਿਲਕੁਲ। ਅੱਛਾ ਹਰਮੀਤ, ਇੱਕ ਚੀਜ਼ ਹੋਰ ਦੱਸੋ, ਜਿਹੜੇ ਇਹਦੇ ਨਾਲ ਹੋਰ ਇਸ਼ੂ ਹੈਗੇ, ਲਾਇਸੈਂਸਿੰਗ ਦੇ ਵੀ ਇਸ਼ੂ ਹੈ, ਉਹ ਇਸ਼ੂ ਜਿਹੜੇ ਹੈਗੇ ਤੁਸੀਂ, ਕਿਉਂਕਿ ਤੁਸੀਂ ਖੁਦ ਟਰੱਕ ਡਰਾਈਵ ਕਰਦੇ ਹੈਗੇ ਆ, ਰੋਡ ਦੇ ਉੱਤੇ ਰਹਿੰਦੇ ਆ ਸਾਰਾ ਦਿਨ, ਔਨਰ ਆਪਰੇਟਰ ਡਰਾਈਵਰਸ ਨੂੰ ਮਿਲਦੇ ਹੈਗੇ ਆ ਡੇਲੀ, ਉਹ ਸਾਰੀ ਚੀਜ਼ਾਂ ਤੁਸੀਂ ਦੇਖਦੇ ਆਪਣੀ ਨਜ਼ਰ ਨਾਲ, ਨਵੇਂ ਬੰਦਿਆਂ ਨੂੰ ਮਿਲਦੇ ਆ, ਲਾਇਸੈਂਸਿੰਗ ਇਸ਼ੂਜ਼ ਕੀ ਹੈਗੇ ਆ? ਓਕੇ, ਓਵਰ ਦਾ ਈਅਰਸ ਜਿਹੜਾ ਸਾਡਾ ਐਕਸਪੀਰੀਅੰਸ ਹੈ ਜੀ, ਅਸੀਂ ਦੇਖਿਆ ਜੀ ਕੋਈ ਵੀ ਇੱਕ ਡਰਾਈਵਰ ਹੋਇਆ, ਓਨਰ ਆਪਰੇਟਰ ਹੋਇਆ, ਜਾਂ ਜਿਹੜੇ ਜਿਸ ਕੰਪਨੀ ਦੇ ਓਨਰਸ ਵੀ ਨੇ ਆਪਣੇ, ਜਿਨ੍ਹਾਂ ਨੇ ਬਹੁਤ ਅੱਛੇ ਸੈਟਅਪ ਕੀਤੇ ਨੇ, ਆਪਣੀ ਕੰਪਨੀ ਤੇ ਸੈਟਅਪ ਕੀਤੀਆਂ, ਜਦੋਂ ਤੁਸੀਂ ਟਰੱਕ ਚਲਾਉਂਦੇ ਹੋ ਕਈ ਵਾਰੀ ਤੁਹਾਨੂੰ ਕੋਈ ਰੂਟ ਨਹੀਂ ਸੈੱਟ ਬੈਠਦਾ, ਕਈ ਵਾਰੀ ਤੁਹਾਨੂੰ ਕੋਈ ਕੰਪਨੀ ਸੈੱਟ ਨਹੀਂ ਬੈਠਦੀ, ਕਈ ਵਾਰੀ ਕੁਝ ਹੋਰ ਰੀਜ਼ਨ ਹੋ ਸਕਦਾ ਕਿ ਤੁਸੀਂ ਕੰਪਨੀ ਚੇਂਜ ਓਵਰ ਕਰਦੇ ਹੋ। ਜਦੋਂ ਤੁਸੀਂ ਇਕਵਿਪਮੈਂਟ ਟਰਾਂਸਫਰ ਓਵਰ ਕਰਦੇ ਹੋ, ਇੱਕੋ ਇਕਵਿਪਮੈਂਟ ਦੇ ਉੱਤੇ ਤੁਸੀਂ ਬਾਰ-ਬਾਰ ਟੈਕਸ ਪੇ ਕਰਦੇ ਹੋ ਲਾਇਸੈਂਸਿੰਗ, ਬਿਲਕੁਲ, ਕਿਉਂਕਿ ਜਿਹੜੀ ਪਲੇਟਸ ਹੁੰਦੀਆਂ ਨੇ ਉਹਦਾ ਤੁਸੀਂ ਇੱਕ ਵਾਰੀ ਟੈਕਸ ਪੇ ਕਰਤਾ, ਜੇ ਤੁਸੀਂ ਕੰਪਨੀ ਚੇਂਜ ਕਰਤੀ ਜਿਹੜੇ ਪਲੇਟਸ ਨੇ ਉਹ ਤੁਹਾਨੂੰ ਦੁਬਾਰਾ ਪੇ ਕਰਨਾ ਪੈਂਦਾ ਉਹਦੇ ਉੱਤੇ। ਬੜਾ ਸਿੰਪਲ ਜਿਹਾ ਪ੍ਰੋਸੈਸ ਹੈਗਾ ਜੀ। ਜਿਹੜੇ ਆਪਣੇ ਵਹੀਕਲਸ ਆਉਂਦੇ ਆ ਸਾਰੇ ਦੇ ਵਿਨ ਨੰਬਰ ਹੁੰਦੇ ਨੇ, ਬਿਲਕੁਲ, ਸਾਰਾ ਕੁਝ ਜਿਹੜਾ ਤੁਹਾਡੇ ਟਰੱਕ ਦੇ ਪੈਰਾਮੀਟਰਸ ਨੇ, ਕੋਈ ਵੀ ਕਾਰ ਜਾਂ ਵਹੀਕਲ ਦੇ ਵਿਨ ਨੰਬਰ ਦੇ ਨਾਲ ਕੋਆਰਡੀਨੇਟ ਹੁੰਦੇ ਨੇ। ਕਿਉਂ ਨਹੀਂ ICBC ਇਹਨੂੰ ਵਿਨ ਨੰਬਰਸ ਨੂੰ ਲਾਇਸੈਂਸ ਕਰੇ ਇਨਸਟੈਡ ਆਫ ਦੀ ਪਲੇਟਸ ਨੂੰ ਲਾਇਸੈਂਸ ਕੀਤਾ ਜਾਵੇ? ਇਹ ਤੁਹਾਡੀ ਗੱਲ ਸਹੀ ਹੈ, ਇਹ ਗੱਲ ਨਾਲ ਮੈਂ ਸਹਿਮਤ ਹਾਂ, ਪਰ ਇਹ ਅੱਜ ਤੋਂ ਨਹੀਂ, ਇਹ ਬਹੁਤ ਟਾਈਮ ਤੋਂ ਇਹ ਚੀਜ਼ ਚੱਲ ਰਹੀ। ਹੁਣ ਇਹਦੇ 'ਚ ਸੁਧਾਰ ਦੀ ਲੋੜ ਹੈ, ਕਿਉਂਕਿ ਲੋਕਾਂ ਦੇ ਵਿੱਚ ਅਵੇਅਰਨੈਸ ਬਹੁਤ ਆ ਗਈ ਆ। ਔਰ ਸੈਕਿੰਡ ਥਿੰਗ ਇਜ਼ ਦੈਟ ਜਿਹੜਾ ਪ੍ਰੋਫਿਟ ਮਾਰਜਨ ਹੈਗਾ ਇੱਕ ਟਰੱਕਰ ਦਾ, ਉਹ ਬਹੁਤ ਘਟ ਗਿਆ, ਕਿਉਂਕਿ ਜਦੋਂ ਪ੍ਰੋਫਿਟ ਮਾਰਜਨ ਘਟਦਾ ਫਿਰ ਹੀ ਆਪਾਂ ਛੋਟੀਆਂ ਬਚਤਾਂ ਦੀ ਗੱਲ ਕਰਨੀ ਸ਼ੁਰੂ ਕਰਦੇ ਹਾਂ। ਸੇਮ ਥਿੰਗ ਜਦੋਂ ਘਰਾਂ ਦੇ ਵਿੱਚ ਪ੍ਰੋਪਰਟੀ ਟੈਕਸ ਦੀ ਗੱਲ ਕਰਦੇ ਆ, ਜਾਂ ਜਦੋਂ ਘਰ ਆਪਾਂ ਇੱਕ ਘਰ ਨੂੰ 10 ਵਾਰੀ ਘਰ ਵੇਚਦਾ, 10 ਸਾਲ ਦੇ ਵਿੱਚ ਕਈ ਘਰ 10 ਸਾਲ ਹੀ ਵੇਚ ਜਾਂਦੇ, ਪਰ ਸਿਟੀ ਨੂੰ ਹਰ ਵੇਲੇ ਉਹ ਪ੍ਰੋਪਰਟੀ ਟਰਾਂਸਫਰ ਟੈਕਸ ਦੇਣਾ ਪੈਂਦਾ, ਉਹ ਹਰ ਬੰਦੇ ਨੂੰ ਚੁੱਭਦਾ। ਉਹ ਸੇਮ ਚੀਜ਼ ਇੱਥੇ ਲਾਗੂ ਹੁੰਦੀ ਹੈ। ਐਗਜ਼ੈਕਟਲੀ ਜੀ। ਅੱਛਾ ਹਰਮੀਤ, ਹਾਂਜੀ ਪਲੀਜ਼। ਹਾਂਜੀ, ਜਿਵੇਂ ਤੁਸੀਂ ਗੱਲ ਕੀਤੀ ਕਿ ਹਾਂ ਵੀ ਆਪਾਂ ਨੂੰ ਬਾਰ-ਬਾਰ ਉਹ ਚੀਜ਼ ਚੁੱਭਦੀ ਹੈ, ਕਿਉਂਕਿ ਕਾਸਟ ਹੈ ਜੀ, ਬੜੀ ਹਾਰਡ ਐਂਡ ਕੀਤੀ ਮਨੀ ਹੈ ਟਰੱਕਰ ਦੀ, ਤੇ ਇਹ ਚੀਜ਼ ਸਿੰਪਲੀਫਾਈਡ ਹੋ ਸਕਦੀ ਹੈ ਕਿ ਓਵਰ ਦਾ ਈਅਰਸ ਜੋ ਕੁਝ ਹੁੰਦਾ ਆਇਆ ਗ੍ਰੈਂਡਫਾਦਰ ਕਲੌਜ਼ ਦੇ ਅੰਡਰ, ਉਹਨੂੰ ਹੁਣ ਚੇਂਜ ਕਰਨਾ ਚਾਹੀਦਾ। ਹੁਣ ਜਿਹੜੀ ਟਰੱਕਿੰਗ ਆ, ਟਰੱਕਿੰਗ ਦੇ ਵਿੱਚ ਹੁਣ ਰਿਫਾਰਮ ਆਉਣਾ ਚਾਹੀਦਾ। ਟਰੱਕਿੰਗ ਜਿਹੜੀ ਹੈ ਪਹਿਲਾਂ ਵਰਗੀ ਨਹੀਂ ਆ। ਹੁਣ ਟਰੱਕਿੰਗ ਵੀ ਜਿਹੜੀ ਆ ਓਵਰਨਾਈਟ ਕਮਿਟਮੈਂਟਸ ਤੇ ਗਾਈਡਲਾਈਨਸ ਉੱਤੇ ਚੱਲਦੀ ਹੈ। ਹਰ ਇੱਕ ਚੀਜ਼ ਇਹਦੀ ਐਕਟ ਦੇ ਅੰਦਰ ਆਉਂਦੀ ਆ। ਲੌਗ ਬੁੱਕ ਉਹਦੀ ਐਕਟ ਦੇ ਅੰਦਰ, CRA ਦੇ ਐਕਟ ਤੇ ਲੱਗਦੇ ਨੇ, WCB ਦੇ ਐਕਟ ਲੱਗਦੇ ਨੇ। ਸੋ ਚੇਂਜ ਜ਼ਰੂਰੀ ਹੈ, ਚੇਂਜ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ ਜੀ। ਚੇਂਜ ਜ਼ਰੂਰੀ ਹੈ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਕਿਉਂਕਿ ਨਵੀਂ ਟੈਕਨੀਕਸ ਆ ਗਈਆਂ। ਹੁਣ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਵੀ ਡਰਾਈਵਰਲੈਸ ਟਰੱਕ ਵੀ ਆ ਜਾਣ, ਹਾਈਵੇਜ਼ ਦੇ ਉੱਤੇ ਚੇਂਜਸ ਹੋ ਰਹੀਆਂ। ਔਰ ਇਹਦੇ ਨਾਲ ਜੇ ਆਪਾਂ ਇੰਨੀ ਐਡਵਾਂਸਮੈਂਟ ਵੱਲ ਨੂੰ ਜਾ ਰਹੇ ਹਾਂ, ਤੇ ਜਿਹੜੀ ਇਹ ਛੋਟੀ ਛੋਟੀ ਚੀਜ਼ਾਂ ਹੈਗੀਆਂ, ਇਹਨਾਂ ਦਾ ਜਿਨ੍ਹਾਂ ਦਾ ਬਦਲ ਬਹੁਤ ਸੌਖਾ ਹੋ ਸਕਦਾ ਹੈ, ਉੱਥੋਂ ਸ਼ੁਰੂ ਕਰ ਲੈਣਾ ਚਾਹੀਦਾ, ਤਾਂ ਕਿ ਕਿਸੇ ਨਾ ਕਿਸੇ ਤਰੀਕੇ ਤਾਂ ਡਰਾਈਵਿੰਗ ਨੂੰ, ਟਰੱਕਿੰਗ ਇੰਡਸਟਰੀ ਨੂੰ, ਟਰੱਕ ਡਰਾਈਵਰ ਨੂੰ, ਉਹਨਾਂ ਨੂੰ ਕੋਈ ਨਾ ਕਿਸੇ ਪਾਸੇ ਅਸੀਂ ਕੰਪਨਸੇਟ ਕਰ ਸਕੀਏ। ਹਰਮੀਤ, ਇੱਕ ਚੀਜ਼ ਹੋਰ ਹੈ, ਹੁਣ ਤੁਸੀਂ ਆਪਾਂ ਦੇਖਿਆ ਫਿਊਲ ਦੀ ਪ੍ਰਾਈਸ ਇੰਨੀ ਕੁ ਜ਼ਿਆਦਾ ਫਲਕਚੁਏਟ ਹੋ ਰਹੀ ਹੈ ਐਵਰੀਡੇ। ਫਿਊਲ ਪਿੱਛੇ ਕੁਝ ਦਿਨਾਂ 'ਚ ਫਿਊਲ 10-12 ਸੈਂਟ ਸਸਤਾ ਹੋ ਗਿਆ, ਹੁਣ ਫਿਰ 6 ਸੈਂਟ ਮਹਿੰਗਾ ਹੋ ਗਿਆ। ਇਹ ਫਿਊਲ ਦੀ ਪ੍ਰਾਈਸ ਦੇ ਨਾਲ ਕੀ ਤੁਸੀਂ ਆਪਣੇ ਆਪ ਨੂੰ ਮੈਨੇਜ ਕਰ ਸਕਦੇ? ਇਹ ਕਿੰਨਾ ਕੁ ਫਰਕ ਪਾਉਂਦਾ ਤੁਹਾਡੇ ਹਿਸਾਬ ਦੇ ਨਾਲ ਟਰੱਕਿੰਗ ਇੰਡਸਟਰੀ ਦੇ ਉੱਤੇ, ਟਰੱਕ ਓਨਰ ਆਪਰੇਟਰ ਦੇ ਉੱਤੇ? ਫਿਊਲ ਜਿਹੜਾ ਜੀ ਬਹੁਤ ਇੰਪੋਰਟੈਂਟ ਫੈਕਟਰ ਹੈ, ਜਿਹੜਾ ਕਿ ਟਰੱਕਿੰਗ ਇੰਡਸਟਰੀ ਨੂੰ ਬਣਾ ਵੀ ਸਕਦਾ ਤੇ ਢਾਹ ਵੀ ਸਕਦਾ ਜੀ। ਜਿਹੜੇ ਛੋਟੇ ਓਨਰ ਆਪਰੇਟਰਸ ਨੇ ਉਹਨਾਂ ਲਈ ਬਹੁਤ ਟਫ ਹੈ ਜੀ ਮੈਨੇਜ ਕਰਨਾ, ਕਿਉਂਕਿ ਉਹ ਐਵਰੀਡੇ ਇਹ ਕਾਸਟ ਆਪਣੇ ਕਸਟਮਰਸ ਦੇ ਉੱਤੇ ਪਾਸ ਆਨ ਨਹੀਂ ਕਰ ਸਕਦੇ। ਤੇ ਜਿਹੜੀ ਵੱਡੀ ਕੰਪਨੀਆਂ ਨੇ ਉਹਨਾਂ ਦੇ ਕੁਝ ਸੈਟਅਪਸ ਇਸ ਤਰ੍ਹਾਂ ਦੇ ਕੀਤੇ ਹੁੰਦੇ ਨੇ, ਜਿਵੇਂ ਫਿਊਲ ਸਰਚਾਰਜ ਵਗੈਰਾ ਹੁੰਦੇ ਨੇ, ਬਿਲਕੁਲ, ਤੇ ਉਹ ਆਪਣੇ ਕਸਟਮਰਸ ਨੂੰ ਚਾਰਜ ਕਰ ਲੈਂਦੇ ਨੇ। ਬਿਲਕੁਲ, ਉਹਨਾਂ ਦੇ ਕੰਟਰੈਕਟਸ ਇਸ ਤਰ੍ਹਾਂ ਦੇ। ਬਿਲਕੁਲ ਠੀਕ ਹੈ ਹਰਮੀਤ। ਆਪਾਂ ਨਾ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੈਗੇ, ਮੈਂ ਥੋੜੀ ਕਿਉਂਕਿ ਵਿੱਚ ਤਾਂ ਤੁਹਾਡੀ ਗੱਲ ਕੱਟ ਰਿਹਾ, ਕਿਉਂਕਿ ਗੱਲ ਬਹੁਤ ਲੰਬੀ ਹੋ ਸਕਦੀ ਆ। ਆਪਾਂ ਇਹਨੂੰ ਇੱਕ ਪੂਰਾ ਮੁੱਦਾ ਬਣਾ ਸਕਦੇ, ਸ਼ੋਅ ਕਰ ਸਕਦੇ ਆਪਾਂ ਜਸਟ ਇੱਕ ਚੀਜ਼ ਦੇ ਉੱਤੇ। ਮੈਨੂੰ ਇੱਕ ਜਾਣ ਤੋਂ ਪਹਿਲਾਂ ਇੱਕ ਚੀਜ਼ ਦੱਸੋ ਵੀ ਹੋਰ ਕਿਹੜੀਆਂ ਚੀਜ਼ਾਂ ਤੁਹਾਡੇ ਮੁਤਾਬਕ ਜਿਹੜੀਆਂ ਤੁਸੀਂ ਸਮਝਦੇ ਆ ਵੀ ਜਿਹੜੀਆਂ ਡਰਾਈਵਰਸ ਨੂੰ ਸਟ੍ਰੈਸ ਦਿੰਦੀਆਂ, ਕਿਉਂਕਿ ਸਟ੍ਰੈਸ ਦੇ ਨਾਲ ਡਰਾਈਵ ਕਰਨਾ ਬਹੁਤ ਔਖਾ ਔਰ ਡਰਾਈਵਰਸ ਦੇ ਉੱਤੇ ਸਟ੍ਰੈਸ ਹੈ, ਤੇ ਉਹਨਾਂ ਬਾਰੇ ਆਪਾਂ ਕੀ ਕਰ ਸਕਦੇ ਆ? ਨਟਸ਼ੈਲ ਦੇ ਵਿੱਚ ਦੱਸੋ ਵੀ ਕਿਹੜੀ ਚੀਜ਼ਾਂ ਹੋਰ ਹੈ ਜਿਹੜੀਆਂ ਸਟ੍ਰੈਸ ਦਿੰਦੀਆਂ। ਮੈਂ ਆਪਣੇ ਜਿੰਨੇ ਇਲੈਕਟਿਡ ਮੈਂਬਰਸ ਨੇ ਪਾਰਲੀਮੈਂਟ ਦੇ, ਤੇ ਆਪਣੇ ਮਿਊਨਿਸਪਲ ਗਵਰਨਮੈਂਟ ਦੇ, ਤੇ ਸਿਟੀ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ, ਉਹਨਾਂ ਨੂੰ ਰਿਕੁਐਸਟ ਕਰੂੰਗਾ ਕਿ ਹਰ ਵਾਰੀ ਇਲੈਕਸ਼ਨ ਦੇ ਟਾਈਮ ਤੇ ਟਰੱਕਰ ਪਾਰਕਿੰਗ ਦਾ ਇਸ਼ੂ ਆਉਂਦਾ ਹੁੰਦਾ ਜੀ। ਬਿਲਕੁਲ, ਤੇ ਉਹ ਕਦੇ ਵੀ ਰਿਜ਼ੋਲਵ ਨਹੀਂ ਹੁੰਦਾ। ਬਿਲਕੁਲ, ਭਾਵੇਂ ਕੋਈ ਵੀ ਹੋਵੇ, ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੂੰਗਾ ਜੀ, ਪਲੀਜ਼ ਉਹਦੇ ਬਾਰੇ ਸਿੰਸੀਅਰਲੀ ਦੇਖਿਆ ਜਾਵੇ। ਅੱਜ ਦੀ ਡੇਟ ਦੇ ਵਿੱਚ ਐਵਨਸਪੋਰਟ ਦੇ ਵਿੱਚ $800 ਦੀ ਟਰੱਕ ਟ੍ਰੇਲਰ $800 ਦੀ ਟਰੱਕ ਐਂਡ ਟ੍ਰੇਲਰ ਦੀ ਪਾਰਕਿੰਗ ਹੈ ਜੀ।
ਕੈਨ ਯੂ ਇਮੇਜਿਨ $800? ਸੋ ਇਹ ਇੱਕ ਸਟ੍ਰੈਸ ਦਾ ਇੱਕ ਮੇਜਰ ਕਾਰਨ ਹੈ। ਹੋਰ ਤੁਸੀਂ ਕੋਈ ਇਹੋ ਜਿਹੀ ਚੀਜ਼ ਸਮਝਦੇ ਆ ਵੀ ਜਿਹੜਾ ਸਟ੍ਰੈਸ ਕੋਈ ਮੇਜਰ ਕਾਰਨ ਸਟ੍ਰੈਸ ਦਾ ਹੋਵੇ ਜਿਹਦੇ ਨਾਲ ਬੰਦੇ ਸੋਚਦੇ ਹੋਣ, ਕਿਉਂਕਿ ਆਉਣ ਵਾਲੇ ਟਾਈਮ 'ਚ ਆਪਾਂ ਉਹਨਾਂ ਦੇ ਮੁੱਦਿਆਂ ਤੇ ਗੱਲ ਫਿਰ ਕਰਾਂਗੇ। ਜ਼ਰੂਰ ਜੀ। ਜਿਹੜੇ ਕੰਸਟਰਕਸ਼ਨ ਦੇ ਇਸ਼ੂਜ਼ ਨੇ ਉਹ ਬਹੁਤ ਵੱਡਾ ਸਟ੍ਰੈਸ ਹੈ ਜੀ। ਜਿਹੜੇ ਕਲੋਜ਼ਰ ਟਾਈਮਸ ਹੁੰਦੇ ਨੇ ਡਿਸਕ੍ਰਾਈਬ ਕੀਤੇ ਉਹਨਾਂ ਦੀ ਵੈਬਸਾਈਟ ਤੇ, ਕਈ ਵਾਰੀ ਤੁਸੀਂ ਉੱਥੇ ਪਹੁੰਚ ਜਾਂਦੇ ਹੋ, ਜਿਵੇਂ ਟ੍ਰੈਫਿਕ ਦਾ ਫਲੋ ਇੰਨਾ ਜ਼ਿਆਦਾ ਨਹੀਂ ਹੁੰਦਾ, ਉਹ ਦੇਖ ਕੇ ਪਹਿਲਾਂ ਹੀ ਕਲੋਜ਼ ਕਰਦੇ ਨੇ ਹਾਈਵੇ। ਕਈ ਡਰਾਈਵਰਸ ਨੂੰ ਮੁੜ ਕੇ ਦੁਬਾਰਾ ਤੋਂ ਫਿਰ ਵੱਡਾ ਡਿਟੂਰ ਲੈ ਕੇ ਜਾਣਾ ਪੈਂਦਾ ਜੀ। ਉਹ ਜਿਹੜੀ ਕਾਸਟ ਹੈ ਉਹ ਜਿਹੜਾ ਓਨਰ ਆਪਰੇਟਰ ਹੈ ਜਾਂ ਕੋਈ ਕੰਪਨੀ ਉਹਨੂੰ ਡਾਈਜੈਸਟ ਕਰਨੀ ਪੈਂਦੀ ਹੈ। ਸੋ ਗੱਲ ਐਟ ਦਾ ਐਂਡ ਇਹੀ ਹੋ ਗਈ ਵੀ ਹਰ ਪਾਸਿਓਂ ਇੱਕ ਟਰੱਕ ਡਰਾਈਵਰ ਨੂੰ ਜਾਂ ਟਰੱਕਿੰਗ ਇੰਡਸਟਰੀ ਨਾਲ ਜੁੜੇ ਹੋਏ ਕਿਸੇ ਵੀ ਭੈਣ ਭਰਾ ਨੂੰ ਜਿਹੜੇ ਰੋਡ ਤੇ ਆ, ਉਹਨਾਂ ਨੂੰ ਹਰ ਪਾਸਿਓਂ ਨੱਪਿਆ ਜਾ ਰਿਹਾ, ਦਬਾਇਆ ਜਾ ਰਿਹਾ, ਕੋਈ ਇਨਕਰੇਜਮੈਂਟ ਨਹੀਂ ਦਿੱਤੀ ਜਾ ਰਹੀ, ਕੁਝ ਨਹੀਂ ਦਿੱਤਾ ਜਾ ਰਿਹਾ। ਹਰਮੀਤ, ਅਸੀਂ ਆਉਣ ਵਾਲੇ ਟਾਈਮ ਤੁਹਾਡੇ ਨਾਲ ਫਿਰ ਗੱਲ ਕਰਾਂਗੇ। ਥੈਂਕ ਯੂ ਮੇਰਾ ਵੀਰ, ਤੁਹਾਡਾ ਬਹੁਤ ਬਹੁਤ ਧੰਨਵਾਦ। ਜ਼ਰੂਰ ਜੀ, ਥੈਂਕ ਯੂ ਫॉर ਹੈਵਿੰਗ ਮੀ ਜੀ। ਥੈਂਕ ਯੂ। ਲਓ ਜੀ, ਉਮੀਦ ਹੈ ਕਿ ਜਿਹੜੀ ਇਹ ਇੰਟਰਵਿਊ ਆਪਣੀ ਹਰਮੀਤ ਸਿੰਘ ਨਿੱਜਰ ਨਾਲ ਕੀਤੀ ਤੁਹਾਨੂੰ ਬੜੀ ਪਸੰਦ ਆਵੇ। ਅਗੇਨ, ਜਦੋਂ ਅਸੀਂ ਗੱਲਬਾਤ ਕਰਦੇ ਹੈਗੇ ਆ, ਜਿਹੜੇ ਟਰੱਕਰਸ ਭੈਣ ਭਰਾ ਸਾਡੇ ਨਾਲ ਜੁੜੇ ਹੁੰਦੇ ਹੈਗੇ ਹਮੇਸ਼ਾ, ਉਹਨਾਂ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਦਾ, ਕਿਉਂਕਿ ਇਹ ਆਪਣੇ ਗ੍ਰੈਸ ਰੂਟਸ ਤੇ ਕੰਮ ਕਰਦੇ ਨੇ। ਸੋ ਟੋਨੀ ਸਿੰਘ, ਬਹੁਤ ਬਹੁਤ ਧੰਨਵਾਦ, ਤੁਸੀਂ ਕੁਐਸਚਨ ਬਹੁਤ ਵਧੀਆ ਪੁੱਛੇ। ਹੁਣ ਆਪਾਂ ਅੱਗੇ ਜਾਣ ਤੋਂ ਪਹਿਲਾਂ ਜਿਹੜੇ ਅੱਜ ਦੇ ਸਪਾਂਸਰਸ ਨੇ ਟੋਨੀ ਸਿੰਘ, ਜ਼ਰੂਰ ਉਹਨੂੰ ਜਾਣਕਾਰੀ ਦਿਓ। ਬਿਲਕੁਲ ਜੀ, ਸਾਡੇ ਇਸ ਸ਼ੋਅ ਦੇ ਸਪਾਂਸਰ ਓਸ਼ੀਅਨ ਟ੍ਰੇਲਰ, ਜਿਹੜੇ ਕਿ ਕੈਨੇਡਾ ਦੇ ਵਿੱਚ, ਵੈਸਟਰਨ ਕੈਨੇਡਾ ਦੇ ਵਿੱਚ, ਜਿਹਨਾਂ ਨੂੰ ਟ੍ਰੇਲਰ ਕਿੰਗ ਵਜੋਂ ਜਾਣਿਆ ਜਾਂਦਾ, ਆਪਣੀ ਨਵੀਂ ਲੋਕੇਸ਼ਨ ਮਿਸ਼ਨ ਦੀ ਲੈ ਕੇ ਬਹੁਤ ਜਲਦੀ ਆ ਰਹੇ ਆ ਔਰ ਬਹੁਤ ਅਗਰੈਸਿਵਲੀ ਉੱਤੇ ਕੰਮ ਕਰ ਰਹੇ ਆ। ਪਰਮਾਤਮਾ ਕਰੇ ਕਿ ਉਹ ਇਦਾਂ ਹੀ ਟਰੱਕਿੰਗ ਇੰਡਸਟਰੀ ਨੂੰ ਸਰਵ ਕਰਦੇ ਰਹਿਣ, ਕਿਉਂਕਿ ਸਿੱਧ ਕੇ ਸਾਡੀ ਕਮਿਊਨਿਟੀ ਨਾਲ ਬਹੁਤ ਲੰਬੇ ਸਮੇਂ ਤੋਂ ਜੁੜੇ ਹੋਏ ਆ। ਤੁਸੀਂ ਕਿਸੇ ਤਰ੍ਹਾਂ ਦਾ ਵੀ ਕੋਈ ਟ੍ਰੇਲਰ ਲੈਣਾ ਹੈ, ਕੋਈ ਪਰਚੇਜ਼ ਕਰਨਾ ਟ੍ਰੇਲਰ, ਚਾਹੇ ਤੁਸੀਂ ਲੀਜ਼ ਕਰਨਾ ਹੈ, ਚਾਹੇ ਪਾਰਟਸ ਲੈਣੇ, ਕੋਈ ਸਰਵਿਸ ਕਰਾਣੀ ਹੈ, ਤੇ ਓਸ਼ੀਅਨ ਟ੍ਰੇਲਰ ਦੀ ਕਿਸੇ ਵੀ ਲੋਕੇਸ਼ਨ ਤੇ ਜਾ ਕੇ ਉਹਨਾਂ ਨਾਲ ਗੱਲ ਕਰ ਸਕਦੇ ਹੋ। ਬਿਲਕੁਲ। ਟਰੱਕਰਸ ਟੂਗੇਦਰ ਫਿਊਲ ਸਰਵਿਸਿਜ਼, ਅਗਰ ਤੁਹਾਡੇ ਕੋਲ ਕਿਸੇ ਇੰਡੀਵਿਜੂਅਲ ਓਨਰ ਆਪਰੇਟਰ ਕੋਲ ਆਪਣਾ ਫਿਊਲ ਕਾਰਡ ਹਾਲੇ ਤੱਕ ਨਹੀਂ ਹੈਗਾ, ਤਾਂ ਤੁਸੀਂ ਟਰੱਕਰਸ ਟੂਗੇਦਰ ਨੂੰ ਫੋਨ ਕਰਕੇ ਆਪਣਾ ਫਿਊਲ ਕਾਰਡ ਲੈ ਸਕਦੇ ਆ ਤੇ ਫਿਊਲ ਦੇ ਵਿੱਚ ਬਚਤਾਂ ਕਰ ਸਕਦੇ ਆ। ਇੱਕ ਆਪਣੇ ਦਰਸ਼ਕਾਂ ਨੂੰ ਆਪਾਂ ਇੱਕ ਚੀਜ਼ ਹੋਰ ਦੱਸਣੀ ਚਾਹੁੰਦੇ ਆ ਵੀ ਆਪਣੀ ਟਰੱਕਿੰਗ ਨਾਲ ਜੁੜੇ ਹੋਏ ਜਿੰਨੇ ਵੀ ਆਪਣੇ ਭੈਣ ਭਰਾ ਹੈਗੇ ਆ, ਇੱਕ ਟਰੱਕਿੰਗ ਜੌਬਸ ਐਂਡ ਸਰਵਿਸਿਜ਼ ਐਪ ਹੈਗੀ ਆ। ਤੁਸੀਂ ਚਾਹੇ ਪਲੇ ਸਟੋਰ ਦੇ ਵਿੱਚ ਜਾ ਕੇ ਜਾਂ ਐਪਲ ਦੇ ਜਿਹਨਾਂ ਕੋਲ ਐਪਲ ਹੈ ਉੱਥੇ ਜਾ ਕੇ ਸਰਚ ਕਰੋ ਟਰੱਕਿੰਗ ਜੌਬਸ ਐਂਡ ਸਰਵਿਸਿਜ਼। ਤੁਸੀਂ ਕਿਸੇ ਤਰ੍ਹਾਂ ਦੀ ਵੀ ਟਰੱਕਿੰਗ ਜੌਬ ਲੱਭਦੇ ਆ, ਉੱਥੇ ਤੁਹਾਨੂੰ ਲੱਭ ਜਾਣੀ। ਅਗਰ ਤੁਸੀਂ ਕਿਸੇ ਸਰਵਿਸ ਚਾਹੀਦੀ ਤੁਹਾਨੂੰ, ਤਾਂ ਸਰਵਿਸ ਨਾਲ ਰਿਲੇਟਡ ਇਨਫੋਰਮੇਸ਼ਨ ਉੱਥੇ ਪਈ ਹੈਗੀ ਆ। ਬਹੁਤ ਹੀ ਈਜ਼ੀ ਹੈ। ਤੁਸੀਂ ਕੋਈ ਜੌਬ ਪੋਸਟ ਕਰਨੀ ਹੈਗੀ, ਇੰਪਲਾਇਰਸ ਨੇ ਪੋਸਟ ਵੀ ਕਰ ਸਕਦੇ ਹੈਗੇ, ਕੋਈ ਸਰਵਿਸ ਪੋਸਟ ਕਰਨੀ ਉਹ ਵੀ ਕਰ ਸਕਦੇ। ਆਉਣ ਵਾਲੇ ਟਾਈਮ 'ਚ ਆਪਾਂ ਤੁਹਾਨੂੰ ਹੋਰ ਜਾਣਕਾਰੀ ਇਹਦੀ ਦਿੰਦੇ ਰਹਾਂਗੇ। ਡਾਕਟਰ ਸਾਹਿਬ ਟੋਨੀ ਸਿੰਘ ਜੀ, ਥੈਂਕ ਯੂ ਸੋ ਮਚ। ਤੇ ਸਾਨੂੰ ਪਿੱਛੇ ਗੋਲਡੀ ਸਿੰਘ ਸਾਡੇ ਡਾਇਰੈਕਟਰ ਸਾਹਿਬ ਉਹ ਕਹਿੰਦੇ ਤੇ ਟਾਈਮ ਹਮੇਸ਼ਾ ਲੰਘ ਜਾਂਦਾ ਕਿ ਪਲੀਜ਼ ਗਾਣਾ ਸ਼ੁਰੂ ਕਰੋ। ਸੋ ਅੱਜ ਵਾਸਤੇ ਤੁਹਾਨੂੰ ਇੱਕ ਨਵੀਂ ਚੀਜ਼ ਲੈ ਕੇ ਆਏ ਆ। ਆਪਣੀ ਆਟੋ ਰਿਵਿਊ ਤਾਂ ਹਮੇਸ਼ਾ ਹੁੰਦੀ ਹੈ, ਪਰ ਅਸੀਂ ਅੱਜ ਉਹ ਟਰੱਕ ਲੈ ਕੇ ਆਏ ਆ ਰਿਵਿਊ ਕਰਨ ਵਾਸਤੇ ਜੋ ਕਿ ਸਾਨੂੰ ਪਤਾ ਕਿ ਕਾਫੀ ਲੋਕਾਂ ਨੂੰ ਪਸੰਦ ਆ, ਪਰ ਸਾਨੂੰ ਇਹ ਵੀ ਪਤਾ ਸੀ ਇਹ ਟਰੱਕ ਬਹੁਤ ਆਊਟਡੇਟਡ ਹੋ ਚੁੱਕੀ ਹੈ। ਸੋ ਕੀ ਜਿਹੜਾ ਸ਼ੈਵਰਲੇ ਸਿਲਵਰਾਡੋ ਟਰੱਕ ਹੁਣ ਨਵਾਂ ਵਧੀਆ ਹੈ ਕਿ ਨਹੀਂ, ਆਪਾਂ ਦੇਖੀਏ। ਸੋ ਪਿਛਲੇ 2 ਹਫ਼ਤੇ ਪਹਿਲਾਂ ਅਸੀਂ ਗਏ ਸੀ ontario ਵਿੱਚ, ਜਿੱਥੇ ਅਸੀਂ ਇਹ ਨਵਾਂ ਟਰੱਕ ਚਲਾ ਕੇ ਦੇਖਿਆ। ਸੋ ਇਹਨਾਂ ਨੇ ਨਵਾਂ ਬਣਾਇਆ ਟਰੱਕ। ਇਹ ਟਰੱਕ ਤਾਂ ਕਾਫੀ ਪੁਰਾਣਾ, ਪਰ ਜਿਹੜੀ ਸਟਾਈਲਿੰਗ ਸਾਰਾ ਕੁਝ ਚੇਂਜ ਕੀਤਾ। ਸੋ ਦਿਸ ਇਜ਼ ਦ ਨਿਊ ਸਿਲਵਰਾਡੋ। ਜਿਹੜੀ ਸਿਲਵਰਾਡੋ ਹੈਗੀ GMC ਬਹੁਤ ਵੱਡਾ ਮੰਨਿਆ ਟਰੱਕ ਹੈਗਾ ਜੋ ਕੰਮ ਬਹੁਤ ਵਧੀਆ ਕਰਦਾ ਹੈਗਾ। ਸੋ ਅਸੀਂ ਸੀ ontario ਵਿੱਚ ਕਵਾਰਸਾ ਜਿਹੜੀ ਜਗ੍ਹਾ ਹੈਗੀ ਉੱਥੇ ਸੀ। ਪਰ ਜਦੋਂ ਅਸੀਂ ਟਰੱਕ ਵੱਲ ਦੇਖੇ ਟੋਨੀ ਸਿੰਘ, ਜਿਹੜਾ ਇਹਦੀ ਲੁੱਕ ਹੈਗੀ ਨਾ, ਦੇਖੇ ਕਾਫੀ ਹੁਣ ਨਵੇਂ ਟਰੱਕਸ ਹੈਗੇ ਨੇ। ਬੇਸ਼ੱਕ ਤੁਸੀਂ ਨਿਸਾਨ ਦਾ ਦੇਖ ਲਓ ਜਾਂ ਤੁਸੀਂ ਟੋਇਟਾ ਦੇਖ ਲਓ, ਉਹ ਕਾਫੀ ਕਰਵੀ ਹੋਣ ਲੱਗੇ ਸੀ। ਇਹ ਹੁਣ ਫਿਰ ਵੀ ਜਿਹੜਾ ਬਾਕਸੀ ਲੁੱਕ ਹੈਗੀ, ਡਾਕਟਰ ਮੈਂ ਹੀ ਕਹਿ ਲਵਾਂਗਾ ਜਿਹੜਾ ਬਾਕਸ ਪਿੱਛੋਂ ਜਿਹੜਾ ਫਲੈਟ ਨਹੀਂ, ਮਤਲਬ ਡਿਫਰੈਂਟ ਦੀ ਸ਼ੇਪ ਐਕਚੁਅਲੀ ਟੋਟਲੀ ਨਵਾਂ ਮਾਡਲ ਹੀ ਲੱਗਦਾ ਦੇਖ ਕੇ। ਲੁੱਕ ਜਿਹੜੀ ਹੈ, ਗ੍ਰਿਲ ਦੇਖੋ, ਮੈਂ ਤਾਂ ਕਹਿੰਦਾ ਵੀ ਗ੍ਰਿਲ ਚੇਂਜ ਕਰ ਲਈ, ਬੈਕ ਚੇਂਜ ਕਰਤਾ। ਅੱਜ ਕੱਲ੍ਹ ਜਿਹੜੀ ਗ੍ਰਿਲ ਵੀ ਹੈਗੀ, ਲੋਕੀ ਕਹਿੰਦੇ ਜਿਹੜੀ ਗ੍ਰਿਲ ਦਾ ਬਹੁਤ ਇਹ ਅਸਰ ਪੈਣ ਲੱਗ ਗਿਆ। ਸੋ ਜਿਹੜੀ ਇਹਦੀ ਹੈਡਲਾਈਟਸ ਹੈਗੀਆਂ ਗ੍ਰਿਲ ਦੇ ਵਿੱਚ ਇੰਟੀਗ੍ਰੇਟ ਕਰਤੀਆਂ। ਪਰ ਅਗੇਨ ਇਹ ਜਿਹੜਾ ਟਰੱਕ ਹੈਗਾ ਦੇਖਣ ਨੂੰ ਇਟਸ ਵਨ ਆਫ ਦ ਬੈਸਟ ਲੁਕਿੰਗ ਟਰੱਕਸ ਦੇਖਣ ਵਾਸਤੇ। ਬਾਹਰੋਂ ਅੰਦਰੋਂ ਹਮੇਸ਼ਾ ਦੀ ਕਾਟ ਸੀ, ਪਰ ਹੁਣ ਇਹ ਦੇਖੋ ਜਿਹੜਾ ਅੰਦਰੋਂ ਟਰੱਕ, ਜੇ ਆਪਾਂ ਅੰਦਰੋਂ ਦੇਖੀਏ, ਪੂਰਾ ਰੀਡਿਜ਼ਾਈਨ ਹੋ ਚੁੱਕਿਆ। ਇਟਸ ਕੰਪਲੀਟਲੀ ਚੇਂਜ, ਪੂਰੇ ਤੋਂ ਪੂਰਾ ਨਵਾਂ ਬਣਾ ਚੁੱਕਿਆ ਹੈਗਾ। ਸੋ ਪਹਿਲਾਂ ਕਲੰਕੀ ਹੁੰਦਾ ਸੀਗਾ, ਪਲਾਸਟਿਕ ਬਹੁਤ ਘਟੀਆ ਸੀ ਇਹਨਾਂ ਦੀ, ਸੋ ਵਰਕ ਟਰੱਕ ਲੱਗਦਾ ਸੀਗਾ। ਹੁਣ ਵੁੱਡ ਇਨਸਰਟ ਜਿਹੜੀ ਇਹਦੀ ਵਿਚਾਲੀ ਸਕਰੀਨ ਹੈਗੀ 13 ਇੰਚ ਤੋਂ ਵੱਧ ਜਿਹੜੀ ਵਿਚਾਲੀ ਸਕਰੀਨ ਉਹ ਲੱਗੀ ਆ। ਫਿਰ ਵੀ ਇਹਨਾਂ ਨੇ ਰੱਖਿਆ ਕਿ ਬਟਨ ਹੋਣੇ ਚਾਹੀਦੇ ਨੇ, ਟੱਚ ਸਕਰੀਨ ਵੀ ਹੈ, ਪਰ ਅਗੇਨ ਫਿਜ਼ੀਕਲ ਬਟਨਸ ਫਿਰ ਵੀ ਰੱਖੀ। ਬਿਲਕੁਲ। ਸੀਟਾਂ ਵੱਡੀਆਂ ਸੀਟਾਂ, ਬੇਸ਼ੱਕ ਤੁਸੀਂ 150 ਪਾਉਂਡ ਦੇ ਹੈਗੇ ਹੋ, ਬੇਸ਼ੱਕ ਤੁਸੀਂ 250 ਪਾਉਂਡ ਦੇ, ਪੂਰੇ ਆਰਾਮ ਨਾਲ, ਪੂਰੀ ਕੰਫਰਟ ਨਾਲ ਤੁਸੀਂ ਬਹਿ ਸਕਦੇ ਹੋ।
ਡਾਕਟਰ ਸਾਹਿਬ ਰੂਮ ਬਹੁਤ ਹੈ, ਦੇਖੋ ਕਿੰਨਾ ਲੈਗ ਰੂਮ ਹੈ, ਦੇਖੋ ਬਿਲਕੁਲ। ਦੱਸਣ ਦੀ ਵੀ ਲੋੜ ਨਹੀਂ, ਆਪਾਂ ਨੂੰ ਦੇਖ ਕੇ ਲੱਗਦਾ ਹੈ ਵੀ ਤੁਸੀਂ ਕਿੰਨਾ ਸੌਖੇ ਬਹਿ ਸਕਦੇ ਸੋ ਹੋ। ਬੇਸ਼ੱਕ ਤੁਸੀਂ ਪਿਛਲੀ ਸੀਟਾਂ ਉੱਪਰ ਰੱਖੋ, ਥੱਲੇ ਰੱਖੋ, ਕਾਫੀ ਜਗ੍ਹਾ ਹੈ ਬੈਠਣ ਵਾਸਤੇ। ਪਰ ਇੱਕ ਮੈਂ ਇਹਨਾਂ ਨੂੰ ਇਹ ਵੀ ਕਹੀ ਸੀ ਘਾਟ ਹੈਗੀ ਜਿਹੜੀ ਪਿਛਲੀ ਸੀਟਾਂ ਇਹ ਹਾਲੇ ਤੱਕ ਰਿਕਲਾਈਨਿੰਗ ਨਹੀਂ ਕੀਤੀ, ਸਿਰਫ ਰੈਮ ਨੇ ਪਿਛਲੀ ਸੀਟਾਂ ਰਿਕਲਾਈਨਿੰਗ ਬਣਾਈ, ਉਹ ਵੀ ਸਿਰਫ 3-4 ਡਿਗਰੀ, ਪਰ ਇਟ ਮੇਕਸ ਅ ਡਿਫਰੈਂਸ। ਇਹਦੇ ਬੈੱਡ ਜਿਹੜਾ ਹੈਗਾ ਵਧੀਆ ਹੈਗਾ, ਸਟੈਂਡਰਡ ਸਾਈਜ਼ ਬੈੱਡ। ਜਿਹੜਾ ਇਹਦਾ ਟੇਲ ਗੇਟ ਆ ਦੋ ਤਰ੍ਹਾਂ ਖੋਲ ਸਕਦਾ, ਤੁਸੀਂ ਪੂਰਾ ਟੇਲ ਗੇਟ ਸੋ ਖੋਲ ਸਕਦੇ, ਪਰ ਜੇ ਤੁਸੀਂ ਥੋੜਾ ਸਮਾਨ ਰੱਖਣਾ ਉਤੋਂ ਥੋੜੀ ਇੱਕ ਜਗ੍ਹਾ ਖੁੱਲ ਜਾਂਦੀ ਜਿੱਥੇ ਤੁਸੀਂ ਵਿੱਚ ਸਮਾਨ ਰੱਖ ਸਕਦੇ ਹੋ। ਡਾਕਟਰ ਸਾਹਿਬ ਉਹ ਚੀਜ਼ ਇਹ ਆਪਸ਼ਨ ਬਹੁਤ ਵਧੀਆ। ਰਿਮੈਂਬਰ ਜਦੋਂ ਅਸੀਂ ਇਹ ਬਾਕੀ ਕਈ ਕਾਰਾਂ 'ਚ ਦੇਖਦੇ ਸੀ ਉੱਪਰੋਂ ਟਿਲਟ ਕਰਕੇ ਥੋੜਾ ਸ਼ੀਸ਼ਾ ਖੁੱਲ ਜਾਂਦਾ, ਤੁਸੀਂ ਕੋਈ ਸਮਾਨ ਅੰਦਰ ਸੁੱਟਣਾ ਉਹਨਾਂ ਕੁ ਸੁੱਟ ਲਓ, ਤੁਹਾਨੂੰ ਪੂਰਾ ਖੋਲਣ ਦੀ ਲੋੜ ਨਹੀਂ ਪੈਂਦੀ। ਇਟਸ ਗੁੱਡ, ਇਟਸ ਵੈਰੀ ਹੈਂਡੀ। ਬਿਲਕੁਲ। ਇਸ ਤੋਂ ਬਾਅਦ ਜਿਹੜੀ ਇਹਨਾਂ ਦੀ ਬਹੁਤ ਵਧੀਆ ਚੀਜ਼ ਕੀਤੀ GMC ਨੇ ਜਾਂ Chevy ਨੇ, ਇਹਨਾਂ ਨੇ ਸਾਨੂੰ 4 ਇੰਜਨ ਚੋਇਸ ਦਿੱਤੇ ਨੇ। ਸੋ ਯੂ ਹੈਵ ਐਨੀਥਿੰਗ ਫਰਮ ਅ 6 ਸਿਲੰਡਰ ਇੰਜਨ ਆਲ ਦ ਵੇ ਅਪ ਟੂ V8 ਤੁਹਾਡੇ ਕੋਲ ਹੈਗੇ ਨੇ, ਪਰ ਡੀਜ਼ਲ ਦੇ ਆਪਸ਼ਨ ਵੀ ਨੇ, ਪਰ 4 ਇੰਜਨ ਚੋਇਸਸ ਡਿਪੈਂਡਿੰਗ ਔਨ ਤੁਸੀਂ ਕੀ ਕਰਨਾ। ਸੋ ਅਸੀਂ ਗੱਡੀ ਚਲਾਈ ਸ਼ੁਰੂ ਕੀਤੀ, ਅਸੀਂ ਚਲੋ ਲੈਟਸ ਗੋ ਡਰਾਈਵ ਇਟ। ਇਹ ਗੱਡੀ ਸੜਕ ਤੇ ਵੀ ਚਲਾਈ ਹੈ, ਅਸੀਂ ਆਫ ਰੋਡ ਵੀ ਚਲਾਈ ਹੈ, ਅਸੀਂ ਗ੍ਰੈਵਲ ਸੜਕਾਂ ਤੇ ਚਲਾਈ ਹੈ, ਅਸੀਂ ਮੱਡ ਵਿੱਚ ਵੀ ਕੱਢੀ ਹੈ, ਅਸੀਂ ਵੱਡੇ ਪੜਲਸ 'ਚ ਵੀ ਕੱਢੀ ਹੈ। ਪਰ ਅਸੀਂ ਇਹ ਗੱਲ ਕਹਿ ਸਕਦੇ ਜਿੰਨੀ ਅੰਦਰੋਂ ਕੈਬਨ ਦੀ ਕੁਆਇਟ ਹੈ, ਬੜੇ ਹੈਰਾਨ ਹੋ ਗਏ, ਬਹੁਤ ਕੁਆਇਟ ਹੈਗੀ ਹੈ। ਇਹਨਾਂ ਨੇ ਆਲਸੋ ਇਹ ਵੀ ਕੀਤਾ ਜਿਹੜੀ 10 ਸਪੀਡ ਆਟੋਮੈਟਿਕ ਜਿਹੜੀ ਟ੍ਰਾਂਸਮਿਸ਼ਨ ਆ ਪੂਰੀ ਦੀ ਪੂਰੀ ਸਮੂਥ। ਸੋ ਇਹਦੇ ਜਿਹੜੇ ਵੇਰੀਏਸ਼ਨਸ ਹੈ, ਕਨਫੀਗਰੇਸ਼ਨ, ਤੁਸੀਂ ਕਾਫੀ ਕੁਝ ਕਰ ਸਕਦੇ ਹੋ ਇਹਦੇ ਵਿੱਚ। ਡਾਕਟਰ ਸਾਹਿਬ ਝਟਕੇ ਕਿੰਨੇ ਕ ਲੱਗਦੇ ਅੰਦਰ ਬੈਠੇ? ਬਹੁਤ ਘੱਟ ਹੈ ਜੀ, ਬਹੁਤ ਫੀਲ ਤਾਂ ਨਹੀਂ ਹੁੰਦਾ ਬਹੁਤਾ? ਨਹੀਂ ਹੈਗਾ। ਸੋ ਇਹਦੀ ਰਾਈਡ ਥੋੜਾ ਬਹੁਤ ਤਾਂ ਹੋਊਗਾ ਜਦੋਂ ਤੁਸੀਂ ਆਫ ਰੋਡ ਜਾਓਗੇ, ਪਰ ਇਟਸ ਅ ਟਰੱਕ ਰਾਈਟ। ਪਰ ਇਹਦੀ ਜਿਹੜੀ ਬਾਡੀ ਹਮੇਸ਼ਾ ਟਰੱਕ ਹੋਣੀ ਚਾਹੀਦੀ ਹੈ, ਪਰ ਕਨਫੀਗਰੇਸ਼ਨ ਤੁਸੀਂ ਉਸ ਤਰ੍ਹਾਂ ਕਰੋ ਜਿੱਥੇ ਚਲਾਉਣੀ ਹੈਗੀ ਗੱਡੀ ਸਿਰਫ ਆਪਣੀ ਐਜ਼ ਐਨ ਆਲ ਅਰਾਊਂਡ ਵਹੀਕਲ। ਤੁਸੀਂ ਜਿਹੜੇ ਹਾਈ ਕੰਟਰੀ ਐਡੀਸ਼ਨ ਤੁਸੀਂ ਲੈ ਸਕਦੇ ਹੋ, 70,000 ਤੋਂ ਘੱਟ ਹੈਗਾ, ਪਰ ਇਟ ਡਸ ਐਵਰੀਥਿੰਗ ਤੇ ਅੰਦਰੋਂ ਬਹੁਤ ਵਧੀਆ। ਸਾਨੂੰ ਕੀ ਪਸੰਦ ਲੱਗਿਆ? ਸੋ ਸਭ ਤੋਂ ਪਹਿਲਾਂ ਪੁਰਾਣਾ ਟਰੱਕ ਜਿਹੜਾ ਇਹਨਾਂ ਦਾ ਸੀਗਾ, ਇਟ ਵਾਸ ਵੈਰੀ ਆਊਟਡੇਟਡ ਇੰਟੀਰੀਅਰ, ਅੰਦਰੋਂ ਗੋਰਜਸ ਰਿਫਾਈਨਡ ਫੈਂਟੈਸਟਿਕ ਇੰਟੀਰੀਅਰ, ਲੱਗਦਾ ਤੁਸੀਂ ਲਗਜ਼ਰੀ ਗੱਡੀ ਵਿੱਚ ਬੈਠੇ ਨਾ ਕਿ ਹੁਣ ਟਰੱਕ। ਇਹਨਾਂ ਦਾ ਜਿਹੜਾ ਰੈਮ ਟਰੱਕ ਕਹਿੰਦੇ ਸੀ ਸਭ ਤੋਂ ਵਧੀਆ, ਦਿਸ ਇਜ਼ ਨਾਓ ਔਨ ਪਾਰ। ਜਿਹੜੇ ਇਹਨਾਂ ਸਿਸਟਮ ਵੀ ਹੈਗੇ ਅੰਦਰੋਂ ਬਣਾਏ, ਇਟਸ ਫੈਂਟੈਸਟਿਕ। ਪਰ ਟੋਨੀ ਸਿੰਘ ਤੁਸੀਂ ਕਹਿੰਦੇ ਆਫ ਰੋਡ ਦੀ ਗੱਲ, ਜੇ ਆਪਾਂ ਆਫ ਰੋਡਿੰਗ ਕਰਨੀ ਹੈ ਨਾ, ਕੋਲੋਰਾਡੋ ਸੀਗਾ ZR2 ਐਡੀਸ਼ਨ ਦਾ, ਹੁਣ ਇਹਨੇ ਸਿਲਵਰਾਡੋ ਬਣਾਤਾ ZR2। ਇਹਦਾ ਮਤਲਬ ਜਿਹੜਾ ਇਹ ਟਰੱਕ ਆ ਕਾਫੀ ਆਫ ਰੋਡ ਤੁਸੀਂ ਲੈ ਕੇ ਜਾ ਸਕਦੇ ਹੋ। ਇਹਦੀ ਜਿਹੜੀ ਹੈਗੀ ਆ ਹਾਈਟ ਆਪਣੀ ਜਿਹੜਾ ਫੋਰਡ ਰੈਪਟਰ ਥੋੜੀ ਘੱਟ ਹੈ, ਪਰ ਫਿਰ ਵੀ ਆਮ ਬੰਦਿਆਂ ਵਾਸਤੇ ਯੂ ਹੈਵ ਲੋਟਸ ਐਂਡ ਲੋਟਸ ਆਫ ਆਫ ਰੋਡ ਕੈਪੇਬਿਲਿਟੀ। ਇਹ ਵੀ ਗੱਲ ਪਹਿਲਾਂ ਕਰ ਚੁੱਕੇ ਦੇਖੋ। ਸੋ 4 ਇੰਜਨ ਚੋਇਸਸ, ਤੁਸੀਂ ਆਪਣੀ ਕਨਫੀਗਰੇਸ਼ਨਸ ਵਾਸਤੇ ਤੁਸੀਂ ਕੀ ਕਰਨਾ ਉਹਦੇ ਵਾਸਤੇ ਇੰਜਨ ਚੋਇਸ, ਬਾਡੀ ਸ਼ੇਪ, ਟੋਇੰਗ ਕੈਪੈਸਿਟੀ, ਤੁਸੀਂ ਸਾਰਾ ਕੁਝ ਲੈ ਸਕਦੇ ਹੋ। ਡਾਕਟਰ ਸਾਹਿਬ ਇਹਨਾਂ ਕੋਲ ਹਾਈਬ੍ਰਿਡ ਆਪਸ਼ਨ ਵੀ ਕੀਤੀ ਇੰਟਰੋਡਿਊਸ ਕਿ ਨਹੀਂ? ਹਾਈਬ੍ਰਿਡ ਆਪਸ਼ਨ ਹਾਲੇ ਨਹੀਂ, ਪਰ ਆ ਰਹੀ ਹੈਗੀ, ਇਟਸ ਗੋਇੰ ਟੂ ਬੀ ਕਮਿੰਗ। ਹੁਣ ਸਾਰੇ ਜਣੇ ਉਸ ਪਾਸੇ ਨੂੰ ਲੱਗੇ ਹੋਏ ਆ, ਮੇਰੇ ਖਿਆਲ ਚ ਬਹੁਤ ਛੇਤੀ ਆਊਗੀ। ਸੋ ਜਿਹੜਾ ZR2 ਟਰੱਕ ਹੈ, ਇਹਨਾਂ ਨੇ ਇੱਕ ਮਲਟੀ ਮੈਰਿਕ ਜਿਹੜੀ ਹੈਗੀ ਸਸਪੈਂਸ਼ਨ ਸਿਸਟਮ ਵਰਤਦਾ ਹੈ, ਇਹ ਉੱਥੇ ਯੂਜ਼ ਹੁੰਦਾ ਫਾਰਮੂਲਾ F1 ਚ। ਸੋ ਉਹਨਾਂ ਨੇ ਰੇਸਿੰਗ ਕਾਰ ਵਾਲੇ, ਹਾਂ, ਉੱਥੋਂ ਟੈਕਨੋਲੋਜੀ ਕੱਢ ਕੇ ਇਹਨਾਂ ਨੇ ZR2 ਚ ਪਾਤੀ। ਉਹ ਕਹਿੰਦੇ ਜਿਹੜੀ ਥੋੜੀ ਰਾਈਡ ਹੈਗੀ ਹੈ ਕਾਫੀ ਕੰਫਰਟੇਬਲ, ਜਿੱਥੇ ਸਾਨੂੰ ਪਤਾ ਲੱਗਿਆ ਇਟ ਇਜ਼। ਪਰ ਆਫ ਰੋਡ ਵਾਸਤੇ ਜਦੋਂ ਤੁਸੀਂ ਪਹਾੜਾਂ ਤੋਂ ਨਿਕਲਣਾ ਹੈਗਾ, ਬੱਟੇ ਤੋਂ ਨਿਕਲਣਾ ਹੈਗਾ, ਸਸਪੈਂਸ਼ਨਸ ਵੈਰੀ ਸੋਲਿਡ। ਡਾਕਟਰ ਸਾਹਿਬ ਬਹੁਤ ਸਾਰੇ ਲੋਕ ਜਿਹੜੇ ਹੁਣ ਸਮਰ ਦੇ ਵਿੱਚ RVs ਲੈ ਕੇ ਜਾਂਦੇ, ਆਈ ਥਿੰਕ ਉਹਨਾਂ ਵਾਸਤੇ ਬਹੁਤ ਵਧੀਆ ਚੋਇਸ ਹੈ। ਲੋਟਸ ਐਂਡ ਲੋਟਸ ਆਫ ਟੋਇੰਗ ਕੈਪੇਬਿਲਿਟੀ। ਸੋ ਸਾਨੂੰ ਕੀ ਨਹੀਂ ਪਸੰਦ? ਹੁਣ ਜੇ ਤੁਸੀਂ ਇਹਨਾਂ ਦਾ ਪ੍ਰੀਮੀਅਮ ਜਿਹੜਾ ਐਡੀਸ਼ਨ ਟ੍ਰਿਮ ਲੈਣੀ ਹੈਗੀ ਆ, ਇਹਦੇ ਵਿੱਚ ਨਾ ਪੈਨੋਰਾਮਿਕ ਸਨਰੂਫ ਹੈ ਹਾਲੇ ਤੱਕ, ਨਾ ਹੀ ਵਿੰਡੋ ਸ਼ੇਡਸ। ਅਸੀਂ ਕਿਹਾ ਇਹਨਾਂ ਦੇ ਕੰਪੀਟੀਟਰਸ ਕੋਲੇ ਹੈਗਾ, ਇਹਨਾਂ ਨੇ ਨਹੀਂ ਕੀਤਾ, ਪਰ ਮੇਰੇ ਖਿਆਲ ਵਿੱਚ ਅਗਲੇ ਸਾਲ ਤੱਕ ਇਹ ਆ ਜਾਣਾ ਹੈਗਾ। ਨਾਟ ਅ ਬਿਗ ਥਿੰਗ, ਦੈਟਸ ਅ ਸਮਾਲ ਲਿਟਲ ਥਿੰਗ। ਦੂਸਰੀ ਗੱਲ ਤੁਸੀਂ ਕੀਤੀ ਸੀ ਰਾਈਡ ਦੀ ਗੱਲ, ਸਾਨੂੰ ਸਿਰਫ ਇੱਕ ਹੋਰ ਇਹਦਾ ਨੁਕਸ ਲੱਗਿਆ, ਜਿਹੜਾ ਰਾਈਡ ਥੋੜੀ ਸਟਿਫ ਹੈਗੀ, ਸਲਾਈਟਲੀ, ਨਾਟ ਮਚ, ਬਹੁਤ ਘੱਟ। ਪਰ ਅਗੇਨ ਜਿੰਨਾ ਟਰੱਕ ਇਹ ਵਧੀਆ ਕਰਨ, ਸਿਰਫ ਸਾਨੂੰ ਇਹ 2 ਘਾਟਾਂ ਲੱਗੀਆਂ ਟਰੱਕ ਵਿੱਚ, ਹੋਰ ਇਸ ਤੋਂ ਇਲਾਵਾ ਯਾਰ ਟਰੱਕ ਇੰਨਾ ਵਧੀਆ ਬਣਾ ਚੁੱਕੇ ਆ। ਡਾਕਟਰ ਸਾਹਿਬ ਜਿਹੜੀ ਸਟਿਫਨੈਸ ਦੀ ਗੱਲ ਕੀਤੀ, ਇਹ ਤਾਂ ਮੇਰੇ ਖਿਆਲ ਟਰੱਕ ਚ ਅਕਸਰ ਐਕਸਪੈਕਟ ਕਰਦੇ ਆ ਆਪਾਂ ਥੋੜੀ ਬਹੁਤੀ। It's everywhere. So in the competition, this is the number 1 competition, Ram 1500. ਇਹਦੀ ਇੰਟੀਰੀਅਰ ਸਭ ਤੋਂ ਪਹਿਲਾਂ ਬੈਸਟ ਸੀ, ਪਰ ਹੁਣ Silverado ਦੀ ਇੰਟੀਰੀਅਰ ਇਜ਼ ਫੈਂਟੈਸਟਿਕ। ਨਵਾਂ Toyota Tundra, this is the 2022 ਮਾਡਲ, ਅਸੀਂ ਇਹਨੂੰ ਵੀ ਰਿਵਿਊ ਕਰ ਚੁੱਕੇ ਹਾਂ। Phenomenal truck, again, Ford F-150, ਇਹਦਾ ਹੋਰ ਕੰਪੈਰੀਟਰ, ਇਹਨਾਂ ਨੇ ਕੋਲ ਵੀ ਕਾਫੀ ਕਨਫੀਗਰੇਸ਼ਨਸ ਨੇ। ਉਸ ਤੋਂ ਬਾਅਦ ਇਹਦਾ ਜਿਹੜਾ ਭਰਾ ਕਹਿ ਸਕਦੇ ਹੋ GMC Sierra, ਛੋਟਾ ਭਰਾ, ਓਨ ਲਗਜ਼ਰੀ ਟਰੱਕ ਕਹਿ ਸਕਦੇ ਹੋ। ਅਖੀਰ ਤੇ ਆ ਕੇ Nissan ਦਾ Titan। ਡਾਕਟਰ ਸਾਹਿਬ ਇਹ ਵੀ ਲੋਕੀ ਬਹੁਤ ਲਾਈਕ ਕਰਦੇ ਆ ਜੀ ਅੱਜ ਕੱਲ੍ਹ। there's very good options, but again ਆਪਾਂ ਉਹ ਕਹੀਏ ਕਿ ਜਿਹੜਾ ਇਹਦਾ ਇੰਟੀਰੀਅਰ ਪਹਿਲਾਂ ਬਹੁਤ ਸਬ ਪਾਰਟ ਸੀਗਾ, ਹੁਣ ਵਧੀਆ ਹੋ ਗਿਆ। ਟਰੱਕ ਅੰਦਰੋਂ ਬਾਹਰੋਂ ਇੰਜਨ ਚੋਇਸਸ, ਤੁਹਾਡੀ ਟੋਇੰਗ ਕੈਪੇਬਿਲਿਟੀ, it's a very strong contender to win, the top truck. It's very strong contender. ਨਹੀਂ ਅੰਦਰੋਂ ਡਾਕਟਰ ਸਾਹਿਬ ਜਿਹੜੀ ਟੱਚ ਸਕਰੀਨ ਵੀ ਆ ਗਈ, ਤੁਸੀਂ ਕਿਹਾ ਬਟਨ ਵੀ ਲਾਤੇ, ਮਤਲਬ ਕਿ ਦੋਨੇ ਆਪਸ਼ਨ ਦੇਤੀਆਂ ਇਹਨਾਂ ਦੀ ਪੁਰਾਣੀ ਜਿਹੜੀ ਸਕਰੀਨ ਸੀ ਨਾ ਬਹੁਤ ਬੁਰੀ ਸੀ। 360 ਕੈਮਰਾ ਪਿੱਛੇ, 360, but it's also got invisible
towing camera. ਸੋ ਜਿਹੜਾ ਤੁਹਾਡਾ ਟ੍ਰੇਲਰ ਹੈਗਾ ਤੁਸੀਂ ਪਿੱਛੇ ਖਿੱਚਦੇ ਹੋ, ਤੁਸੀਂ ਯੂ ਕੈਨ ਸੀ ਥਰੂ ਇਟ। ਇਹਨਾਂ ਦੇ ਕੈਮਰੇ ਬਹੁਤ ਵਧੀਆ ਬਣਾਏ ਹੈਗੇ ਆ। ਉਹ ਅੱਛਾ ਕਈ ਹੁਣ ਕਾਫੀ ਜ਼ਿਆਦਾ ਕਰਨ ਲੱਗ ਪਏ ਵੀ ਤੁਸੀਂ ਪਿੱਛੇ ਟ੍ਰੇਲਰ ਪਾਇਆ ਪਰ ਫਿਰ ਵੀ ਤੁਸੀਂ ਟ੍ਰੇਲਰ ਤੋਂ ਬੈਕ ਵੀ ਦੇਖ ਸਕਦੇ ਹੋ। ਇਹਨਾਂ ਦੇ ਕੈਮਰੇ ਟ੍ਰੇਲਰ ਦੇ ਪਿੱਛੇ ਵੀ ਲੱਗੇ ਆ, ਸੋ ਉਹ ਤੁਹਾਨੂੰ ਵਰਚੁਅਲ ਬਾਈਪਾਸ ਕਰ ਦਿੰਦਾ ਉਹ। ਨਹੀਂ ਤੁਹਾਨੂੰ ਵਰਚੁਅਲ ਤੁਹਾਨੂੰ ਦਿੰਦੀ ਹੈਗੀ ਇਮੇਜ ਆ ਕੇ। ਇਟਸ ਫੈਂਟੈਸਟਿਕ, ਇਟ ਵਰਕਸ ਸੋ ਵੈਲ। ਕਿਉਂਕਿ ਮੈਨੂੰ ਪਤਾ ਜੀ ਆਪਾਂ ਇੱਕ ਵਾਰੀ ਨਾ ਟਰੱਕ, ਮੈਂ ਹੁਣ ਜਿਸ ਤਰ੍ਹਾਂ ਇਹ ਵਾਲਾ ਟਰੱਕ ਤਾਂ ਨਹੀਂ ਚਲਾਇਆ ਪਰ ਮੈਂ ਟ੍ਰੇਲਰ ਇੱਕ ਵਾਰੀ ਯੂ ਹਾਲ ਤੋਂ ਰੈਂਟ ਕੀਤਾ ਸੀ। ਮੈਂ ਸੈਸਕਟੂਨ ਤੋਂ ਡਰਾਈਵ ਕਰਕੇ ਵੈਂਕੂਵਰ ਆਇਆ ਸੀ। ਬਿਲਕੁਲ। ਤੇ ਡਾਕਟਰ ਸਾਹਿਬ ਮੇਰੇ ਵਰਗੇ ਹੋਰ ਬਹੁਤ ਸਾਰੇ ਆ ਜਿਨ੍ਹਾਂ ਨੇ ਟ੍ਰੇਲਰ ਪਿੱਛੇ ਹੁੱਕ ਨਹੀਂ ਕੀਤਾ। That's right, ਜਦੋਂ ਉਹ ਬੈਕ ਕਰਦੇ ਨਾ ਆਪਾਂ, ਸਭ ਤੋਂ ਵੱਡੀ ਪ੍ਰੋਬਲਮ ਅਸੀਂ ਕੋਸ਼ਿਸ਼ ਕਰਦੇ ਆ ਵੀ ਉੱਥੇ ਲਾਈਏ ਜਿੱਥੇ ਰੂਮ ਥੋੜਾ ਵੱਧ ਹੈ ਤੇ ਸਿੱਧੀ ਕਰਕੇ ਲਾ ਦਈਏ। ਬਹੁਤ ਸਾਰੇ ਲੋਕ ਪਰ ਆ ਜਿਹੜੀ ਆਪਸ਼ਨ ਨਵੀਂ ਇੰਟਰੋਡਿਊਸ ਹੋਈ ਹੈ ਵਧੀਆ ਹੋਈ ਹੈ। ਜਿੰਨੇ ਇਹਨਾਂ ਦੇ ਕੈਮਰੇ ਵਿੱਚ ਤੁਹਾਨੂੰ ਆਪਸ਼ਨਸ ਨੇ ਕਿ ਬਹੁਤ ਅਬਾਊਟ 6 or 7 ਵਿਊਇੰਗ ਆਪਸ਼ਨਸ, ਉਹਦੇ ਵਿੱਚ ਤੁਸੀਂ ਅਗੇਨ ਤੁਸੀਂ ਜਿਹੜਾ ਟ੍ਰੇਲਰ ਥਰੂ ਵੀ ਦੇਖ ਸਕਦੇ ਹੋ। ਸੋ ਅਗੇਨ ਇਹ ਟਰੱਕ ਮੈਂ ਬੜਾ ਹੈਰਾਨ ਹੋਇਆ, ਮੈਨੂੰ ਉਮੀਦ ਨਹੀਂ ਸੀ ਕਿ ਅੰਦਰੋਂ ਇੰਨਾ ਸੋਹਣਾ ਹੈਗਾ ਟਰੱਕ, ਅੰਦਰੋਂ ਬਹੁਤ ਸੋਹਣਾ, ਬਾਹਰੋਂ ਸੋਹਣਾ। ਇਟਸ ਅ really good ਟਰੱਕ। ਮੈਂ ਇਹਨੂੰ ਡਰਾਈਵ ਕਰਕੇ ਬਹੁਤ ਖੁਸ਼ ਹਾਂ ਕਿ ਇਟਸ ਅ ਫੈਂਟੈਸਟਿਕ ਟਰੱਕ। You gotta try it. ਸੋ ਇਹ ਵੀ ਦੱਸਿਓ ਆਉਣ ਵਾਲੇ ਟਾਈਮ ਦੇ ਵਿੱਚ ਨਾ ਵੀ ਕਿਹੜੇ ਹੋਰ ਗੱਡੀਆਂ ਦੇ ਵਿੱਚ ਇਹ ਆਪਸ਼ਨ ਅਵੇਲੇਬਲ ਹੈ ਜਿਹੜੇ ਕੈਮਰਾ ਤੁਸੀਂ, ਮੈਂ ਉਹਨੂੰ ਬਾਈਪਾਸ ਦਾ ਨਾਮ ਦੇਤਾ ਬਟ ਇਟਸ ਨਾਟ ਐਕਚੁਅਲੀ ਬਾਈਪਾਸ, ਪਰ ਉਹ ਪਲੀਜ਼ ਦੱਸਿਓ ਤਾਂ ਕਿ ਆਪਣੇ ਦਰਸ਼ਕਾਂ ਨੂੰ ਆਪਾਂ ਦੱਸ ਸਕੀਏ ਵੀ ਆਹ ਵਾਲੇ ਟਰੱਕ ਦੇ ਵਿੱਚ ਆਪਸ਼ਨ, ਕਿਉਂਕਿ ਮੈਨੂੰ ਇਹ ਆਪਸ਼ਨ ਪਰਸਨਲੀ ਬਹੁਤ ਵਧੀਆ ਲੱਗੀ ਐਜ਼ ਅ ਯੂਜ਼ਰ। ਇਟਸ ਪ੍ਰੈਕਟੀਕਲ। ਸੋ ਉਮੀਦ ਹੈ ਕਿ ਤੁਹਾਨੂੰ ਜਿਹੜਾ ਟਰੱਕ ਦੇ ਰਿਵਿਊ ਤੁਹਾਨੂੰ ਪਸੰਦ ਆਵੇ। ਹਰਮੀਤ ਸਿੰਘ ਨਿੱਜਰ ਗੱਲ ਦੀ ਜਿਹੜੀ ਗੱਲਬਾਤ ਕੀਤੀ ਹੈ ਉਹ ਤੁਹਾਨੂੰ ਬੜੀ ਪਸੰਦ ਆਈ, ਪਰ ਨਾਲ ਦੀ ਨਾਲ ਜਿਹੜੀ ਖਬਰਾਂ ਉਹ ਵੀ ਤੁਹਾਨੂੰ ਪਸੰਦ ਆਉਣਗੀਆਂ ਜ਼ਰੂਰ। ਇਹ ਗੱਲ ਤੁਹਾਨੂੰ ਦੁਬਾਰਾ ਕਹਾਂਗੇ, ਪਲੀਜ਼ ਜੇ ਤੁਸੀਂ ਟਰੱਕ ਡਰਾਈਵ ਕਰਦੇ ਹੋ, ਤੁਸੀਂ ਕੋਈ ਵੀ ਸਮਾਨ ਉੱਤੇ ਹੌਲ ਕਰਦੇ ਹੈਗੇ ਹੋ, ਪਲੀਜ਼ ਆਪਣਾ ਸੇਫਟੀ ਪਹਿਲਾਂ ਰੱਖੋ। ਬਹੁਤ ਐਕਸੀਡੈਂਟ ਦੁਬਾਰਾ ਫੇਰ ਹੋਣ ਲੱਗ ਚੁੱਕੇ ਆ, ਸੋ ਪਲੀਜ਼ ਬੀ ਸੇਫ ਆਊਟ ਦੇਅਰ। ਅਸੀਂ ਜਾਣ ਤੋਂ ਪਹਿਲਾਂ ਆਪਣੇ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਹੈਲੋ ਟਰੱਕਿੰਗ ਨੂੰ ਜਿੰਨਾ ਤੁਸੀਂ ਸ਼ੇਅਰ ਕਰ ਸਕਦੇ ਹੋ ਉਹਨਾਂ ਕਰੋ, ਕਿਉਂਕਿ ਇਹੀ ਇੱਕ ਜ਼ਰੀਆ ਹੈਗਾ ਜਿਹਦੇ ਨਾਲ ਅਸੀਂ ਇਹ ਆਵਾਜ਼ ਬਾਕੀ ਟਰੱਕ ਡਰਾਈਵਰਾਂ ਤੱਕ, ਆਪਣੇ ਭੈਣ ਭਰਾਵਾਂ ਤੱਕ ਪਹੁੰਚਾ ਸਕਦੇ ਹਾਂ। ਅਗਰ ਤੁਹਾਡਾ ਕੋਈ ਸੁਝਾਅ ਹੈਗਾ ਤੁਸੀਂ ਸਾਨੂੰ ਇਨਬਾਕਸ ਕਰ ਸਕਦੇ ਆ, ਪਰਸਨਲ ਨੰਬਰ ਸਾਡੇ ਹੈਗੇ ਉਹਨਾਂ ਨੂੰ ਉੱਥੇ ਫੋਨ ਕਰਕੇ ਦੱਸ ਸਕਦੇ ਆ, ਤਾਂ ਕਿ ਅਸੀਂ ਆਉਣ ਵਾਲੇ ਪ੍ਰੋਗਰਾਮ 'ਚ ਉਹੋ ਜਿਹੇ ਟੌਪਿਕ ਹੀ ਲੈ ਕੇ ਆਈਏ ਜਿਨ੍ਹਾਂ ਨੂੰ ਤੁਸੀਂ ਸੁਣਨਾ ਚਾਹੁੰਦੇ ਹੋ ਔਰ ਜਿਹੜੇ ਕਿ ਐਕਚੁਅਲੀ ਰਿਲੇਟਡ ਟੂ ਟਰੱਕਿੰਗ ਇੰਡਸਟਰੀ ਹੈ। ਕੋਸ਼ਿਸ਼ ਕਰਾਂਗੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵਧੀਆ ਟੌਪਿਕ ਤੁਹਾਡੇ ਲਈ ਲੈ ਕੇ ਆਈਏ ਤੇ ਸ਼ੋਅ ਨੂੰ ਵਧੀਆ ਬਣਾਉਂਦੇ ਰਹੀਏ। ਬਿਲਕੁਲ। ਅਗਲੇ ਸਮੇਂ ਤੱਕ ਤੁਹਾਨੂੰ ਇਜਾਜ਼ਤ ਦਿੰਦੇ ਹਾਂ। ਹੁਣ ਨੈਕਸਟ ਵੈਨਸਡੇ ਤੱਕ ਤੁਹਾਡੀ ਫੇਰ ਮੁਲਾਕਾਤ ਹੋਗੀ। ਪਲੀਜ਼ ਬੀ ਸੇਫ, ਹੈਵ ਫਨ। ਸਤਿ ਸ੍ਰੀ ਅਕਾਲ। ਮਾਵਾਂ ਦੇ ਪੁੱਤ ਨੇ ਸ਼ੌਂਕੀ, ਬਾਪੂ ਦੇ ਕੰਮ ਹੀਰੇ। ਮਾਵਾਂ ਦੇ ਪੁੱਤ ਨੇ ਸ਼ੌਂਕੀ, ਬਾਪੂ ਦੇ ਕੰਮ ਹੀਰੇ। ਟਰੱਕਾਂ ਵਾਲੇ ਬਾਈ, ਟਰੱਕਾਂ ਵਾਲੇ ਵੀਰੇ, ਟਰੱਕਾਂ ਵਾਲੇ ਬਾਈ, ਟਰੱਕਾਂ ਵਾਲੇ ਵੀਰੇ। Presented by Ocean Trailers, Western Canada Trailer Specialists.